ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਯੂਨੀਫਾਰਮ ਸਿਵਲ ਕੋਡ ਦੇ ਸੰਬੰਧ ਵਿੱਚ UCC। ਦਰਅਸਲ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹਦਾ ਮਤਲਬ ਵੀ ਨਹੀਂ ਪਤਾ ਹੋਊਗਾ ਕਿ ਇਹਦੇ ਮਾਇਨੇ ਕੀ ਹੈਗੇ ਨੇ, ਕਿਉਂਕਿ ਭਾਰਤ ਦੀ ਸਰਕਾਰ ਵੱਲੋਂ ਜਾਂ ਭਾਰਤੀ ਮੀਡੀਆ ਦੇ ਵੱਲੋਂ ਜਿਹੜੇ ਫੈਸਲੇ ਸਰਕਾਰ ਵੱਲੋਂ ਲਏ ਜਾਂਦੇ ਆ ਉਹਨਾਂ ਨੂੰ, ਕਿਉਂਕਿ ਲਫ਼ਜ਼ ਬੜੇ ਵਧੀਆ ਤਰੀਕੇ ਨਾਲ ਬੋਲਣੇ ਆਉਂਦੇ ਹੁੰਦੇ ਆ ਪੱਤਰਕਾਰਾਂ ਨੂੰ, ਸਾਡੇ ਵਰਗੇ ਪੱਤਰਕਾਰ ਜਿਹੜੇ ਹੁੰਦੇ ਨੇ, ਕਿਉਂਕਿ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਕਰਨੀਆਂ। ਸੋ ਸਰਕਾਰ ਦੇ ਵੱਲੋਂ ਲਏ ਜਾਣ ਵਾਲੇ ਕਈ ਵਾਰ ਲੋਕ ਵਿਰੋਧੀ ਫੈਸਲੇ ਜਾਂ ਘੱਟ ਗਿਣਤੀ ਕੌਮਾਂ ਦੇ ਵਿਰੋਧ ਵਿੱਚ ਲਏ ਹੋਏ ਫੈਸਲੇ ਮੀਡੀਆ ਉਹਨੂੰ ਇੰਨੇ ਵਧੀਆ ਤਰੀਕੇ ਨਾਲ ਪ੍ਰਚਾਰਦਾ ਕਿ ਕਈ ਵਾਰ ਘੱਟ ਗਿਣਤੀ ਉਹਨੂੰ ਲੱਗਦਾ ਕਿ ਇਹ ਕਾਨੂੰਨ ਜਾਂ ਇਹ ਬਿੱਲ ਜਾਂ ਇਹ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਸਾਡੇ ਸ਼ਾਇਦ ਖਾਤੇ ਵਿੱਚ ਹੀ ਭੁਗਤ ਜਾਣੀਆਂ ਨੇ। ਤੁਹਾਨੂੰ ਚੇਤੇ ਹੋਊਗਾ ਕਿ 1 ਸਾਲ ਦੇ ਕਰੀਬ ਲੰਬਾ ਸੰਘਰਸ਼ ਕਰਕੇ ਪੰਜਾਬ ਅਤੇ ਹਰਿਆਣੇ ਤੋਂ ਇਲਾਵਾ ਹੋਰ ਵੱਖ-ਵੱਖ ਸੂਬਿਆਂ ਦੀਆਂ ਕਿਸਾਨਾਂ ਨੇ ਸੰਘਰਸ਼ ਕੀਤਾ ਸੀਗਾ। ਸੰਘਰਸ਼ ਕਾਹਦੇ ਵਾਸਤੇ ਸੀਗਾ? ਜਿਹੜੇ 3 ਕਾਲੇ ਕਾਨੂੰਨ ਉਹਨਾਂ ਨੇ ਲੱਦ ਦਿੱਤੇ ਸੀਗੇ, 1 ਵਰ੍ਹਾ ਪੂਰਾ ਲਾਉਣਾ ਪਿਆ। ਇੰਨੀ ਜ਼ਿਆਦਾ ਮੋਟੀ ਮਾਇਆ ਖਰਚਣੀ ਪਈ, ਕਿੰਨੀ ਜ਼ਿਆਦਾ ਮੈਨ ਪਾਵਰ ਲੱਗੀ, ਤੁਹਾਨੂੰ ਸਾਰਿਆਂ ਨੂੰ ਚੇਤਾ ਹੈਗਾ। ਇੰਨਾ ਕੁਛ ਕਰਨ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ, ਮੋਦੀ ਹੋਰਾਂ ਨੇ ਇਹ ਕਹਿ ਕੇ ਬਿੱਲ ਉਹ ਕਾਨੂੰਨ ਰੱਦ ਕੀਤੇ। ਉਹਨਾਂ ਦਾ ਕਹਿਣਾ ਸੀਗਾ ਕਿ ਕਾਨੂੰਨ ਇਹ ਜਿਹੜੇ ਹੈਗੇ ਨੇ ਕਾਲੇ ਨਹੀਂ ਹੈਗੇ, ਇਹ ਬਿਲਕੁਲ ਵਾਈਟ ਨੇ, ਚਿੱਟਾ ਕਾਨੂੰਨ ਹੈਗਾ ਇਹ। ਪਰ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਹੈਗੀ, ਅੱਜ ਨਹੀਂ ਜਿਹਨਾਂ ਨੂੰ ਸਮਝ ਆਈ ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਸਮਝਾ ਲਾਂਗੇ। ਸੋ ਆਮ ਲੋਕਾਂ ਦੇ ਰੋਹ ਦੇ ਅੱਗੇ ਸਰਕਾਰ ਝੁਕ ਗਈ, ਪਰ ਸਰਕਾਰ ਦੇ ਇੱਥੇ ਜ਼ਿਹਨ ਵਿੱਚ ਹੈਗਾ ਕਿ ਅਸੀਂ ਆਉਂਦੇ ਸਮੇਂ 'ਚ ਇਹਨੂੰ ਲਾਗੂ ਫਿਰ ਕਰਵਾ ਲੈਣਾ ਹੈਗਾ। ਸੋ ਇੱਦਾਂ ਹੀ ਹੁਣ ਯੂਨੀਫਾਰਮ ਸਿਵਲ ਕੋਡ ਹੈਗਾ, ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ ਵੀ ਇਹ ਹੈ ਕੀ ਆ। ਬਹੁਤ ਸਾਰੇ ਲੋਕਾਂ ਨੂੰ ਮੋਟਾ-ਮੋਟਾ ਉਹ ਇਹ ਦੱਸਦੇ ਆ ਕਿ ਆਹ ਜਿਹੜੇ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਜੀ ਇਹ ਸਾਰਿਆਂ ਦੇ ਵਾਸਤੇ ਬਰਾਬਰ ਹੋਣਗੇ ਜੀ, ਸਾਡੇ ਮੁਲਕ ਦੇ ਵਿੱਚ ਸਾਰਿਆਂ ਨੂੰ ਬਰਾਬਰ ਨਜ਼ਰ ਦੇ ਨਾਲ ਦੇਖਿਆ ਜਾਂਦਾ। ਵੀ ਕੀ ਇਹਦਾ ਫਾਇਦਾ ਹੋਏਗਾ, ਘੱਟ ਗਿਣਤੀ ਕੌਮਾਂ ਨੂੰ ਇਹਦਾ ਨੁਕਸਾਨ ਕੀ ਹੋਏਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸਿਰਮੌਰ ਜਥੇਬੰਦੀ, ਉਹਨਾਂ ਨੇ ਇਹਦਾ ਮਾੜਾ ਜਿਹਾ ਵਿਰੋਧ ਕੀਤਾ ਹੈਗਾ ਕਿ ਆਪਾਂ ਇਹਦਾ ਵਿਰੋਧ ਕਰਦੇ ਹਾਂ। ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਮੀਤ ਸਿੰਘ ਕਾਲਕਾ ਪ੍ਰੈਜ਼ੀਡੈਂਟ, ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਇਹਦਾ ਵਿਰੋਧ ਨਹੀਂ ਕਰਾਂਗੇ। ਆਪਾਂ ਉਹਨਾਂ ਵੱਲੋਂ ਵਿਰੋਧ ਕਿਉਂ ਨਹੀਂ ਕੀਤੇ ਜਾਣਾ ਉਹ ਦੱਸਣਗੇ ਚੰਗੀ ਤਰ੍ਹਾਂ ਵੀ ਆਪਾਂ ਇਹਦਾ ਵਿਰੋਧ ਕਿਉਂ ਨਹੀਂ ਕਰਨਾ, ਉਹਨਾਂ ਨੂੰ ਕੀ ਫਾਇਦਾ ਹੈਗਾ। ਇਸ ਮੁਲਕ ਦੇ ਵਿੱਚ ਜਿੱਥੇ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੀ ਵੱਖਰੀ ਅੱਡਰੀ ਨਿਆਰੀ ਹੋਂਦ ਹਸਤੀ ਨੂੰ ਇੱਥੋਂ ਦੀਆਂ ਹਕੂਮਤਾਂ ਨਿਗਲ ਜਾਣ ਵਾਸਤੇ ਤਿਆਰ ਹੋਆ, ਉਹਨਾਂ ਨੂੰ ਉਹ ਕਹਿੰਦੇ ਕਿ ਆਪਾਂ ਹਿੰਦੂ ਰਾਸ਼ਟਰ ਬਣਾ ਦੇਣਾ ਹੈਗਾ, ਔਰ ਲਗਾਤਾਰ ਉਹਦੇ ਵੱਲੋਂ ਵੱਧ ਕੇ ਮੈਨੂੰ ਤਾਂ ਕਈ ਵਾਰ ਲੱਗਦਾ ਹੈਗਾ ਕਿ ਉਹਨਾਂ ਨੇ ਆਪਣੀ ਮੰਜ਼ਿਲ ਸਰ ਕਰ ਲਈ ਆ, ਕੇਵਲ ਐਲਾਨ ਹੋਣਾ ਬਾਕੀ ਰਹਿ ਗਿਆ। ਕਿਉਂਕਿ ਸੰਸਦ ਦੇ ਬਰਾਬਰ ਨਵੀਂ ਸੰਸਦ ਦੀ ਬਿਲਡਿੰਗ ਉਹਨਾਂ ਨੇ ਉਸਾਰ ਦਿੱਤੀ, ਤੁਹਾਨੂੰ ਸਾਰਿਆਂ ਨੂੰ ਉਹ ਵੀ ਪਤਾ ਹੈਗਾ। ਸੋ ਇਹ ਸਾਰੇ ਕਾਸੇ ਦੇ ਦਰਮਿਆਨ ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਯੂਨੀਫਾਰਮ ਸਿਵਲ ਕੋਡ ਹੈ ਕੀ ਹੈ। ਮੇਰੇ ਨਾਲ ਮਲੇਰਕੋਟਲੇ ਤੋਂ ਜੁੜੇ ਨੇ ਐਡਵੋਕੇਟ ਮੁਬੀਨ ਫਾਰੂਕੀ ਜੀ। ਮੁਬੀਨ ਜੀ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ ਜੀ। ਅਸਲਾਮ ਅਲੈਕਮ। ਮੁਬੀਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹੈਗਾ ਕਿ ਸਾਡੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਯੂਨੀਫਾਰਮ ਸਿਵਲ ਕੋਡ ਹੈ ਕੀ ਹੈ? ਭਵਿੰਦਰ ਜੀ, ਯੂਨੀਫਾਰਮ ਸਿਵਲ ਕੋਡ ਸਾਰਿਆਂ ਵਾਸਤੇ ਇਹਨਾਂ ਦਾ ਇੱਕ ਨਾਰਾ ਹੈ ਕਿ ਏਕ ਦੇਸ਼ ਏਕ ਵਿਧਾਨ, ਵੀ ਅਸੀਂ ਇੱਕ ਮੁਲਕ ਦੇ ਵਿੱਚ ਇੱਕੋ ਹੀ ਕਾਨੂੰਨ ਲਾਗੂ ਕਰਨਾ ਜੀ। ਮਗਰ ਜੋ ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਦੇ ਵਿੱਚ ਡਾਈਵਰਸਿਟੀ ਨੂੰ ਮੁੱਖ ਰੱਖਿਆ ਗਿਆ, ਵੀ ਜਿੱਥੇ ਵਿਭਿੰਨਤਾ ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਹੈ ਜੀ। ਸਾਡੇ ਸੰਵਿਧਾਨ ਨੂੰ ਬਣਾਇਆ ਵੀ ਇਸ ਤਰੀਕੇ ਦੇ ਨਾਲ ਹੀ ਗਿਆ ਕਿ ਸਾਰੀ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਵੀ ਰਾਈਟਸ ਨੇ ਜਿਹੜੇ ਉਹ ਪ੍ਰੋਟੈਕਟ ਕੀਤੇ ਨੇ ਉਹਦੇ ਵਿੱਚ। ਜਿਹੜੇ ਸਾਡੇ ਰਿਲੀਜੀਅਸ ਖਾਸ ਕਰਕੇ ਜਿਹੜੇ ਮੈਟਰਸ ਨੇ ਉਹਦੇ ਵਿੱਚ ਵੀ ਆਰਟੀਕਲ 25, 26, 29 ਇਹ ਸਾਨੂੰ ਜਿਹੜੇ ਆਜ਼ਾਦੀ ਦਿੰਦੇ ਨੇ, ਇਹ ਇਸੇ ਲਈ ਲਿਖੇ ਗਏ ਸੀਗੇ ਕਿ ਜੋ ਸਾਡੇ ਸਮਝ ਲਓ ਸਿਵਲ ਰਾਈਟਸ ਨੇ। ਕਿਉਂਕਿ ਇੱਕ ਮੈਂ ਤੁਹਾਨੂੰ ਬੈਕਗਰਾਊਂਡ 'ਚ ਲੈ ਜਾਵਾਂ ਕਿ ਜਿਹੜਾ ਕ੍ਰਿਮੀਨਲ ਕਾਨੂੰਨ ਹੈ ਉਹ ਤਾਂ ਆਲਰੇਡੀ ਸਾਰਿਆਂ ਵਾਸਤੇ ਇੱਕੋ ਹੀ ਹੈ। ਭਾਰਤ ਦੇ ਵਿੱਚ ਜਿੰਨੇ ਵੀ ਨਾਗਰਿਕ ਨੇ, ਮੁਸਲਿਮ, ਸਿੱਖ, ਈਸਾਈ, ਹਿੰਦੂ, ਜੈਨ, ਬੋਧੀ, ਪਾਰਸੀ, ਸਾਰਿਆਂ ਵਾਸਤੇ ਜਿਹੜਾ ਕ੍ਰਿਮੀਨਲ ਲਾਅ ਹੈ ਸਾਰਿਆਂ ਵਾਸਤੇ ਇੱਕੋ ਹੀ ਹੈ। ਪਹਿਲਾ ਲਾਅ ਕਮਿਸ਼ਨ 1834 ਜਦੋਂ ਬੈਠਿਆ ਸੀ ਤਾਂ ਉਹਨਾਂ ਨੇ ਜਿਹੜੇ ਕਾਨੂੰਨ ਸੀਗੇ ਕ੍ਰਿਮੀਨਲ ਲਾਅ ਸੀਗੇ ਉਹਨਾਂ ਨੂੰ ਕੋਡੀਫਾਈ ਕੀਤਾ ਸੀਗਾ 1860 ਦੇ ਵਿੱਚ। ਫਿਰ IPC ਵੀ ਤੁਸੀਂ ਜਿਹੜਾ ਐਕਟ ਹੈ 1860 ਉਹ ਤੋਂ ਬਾਅਦ ਲਗਾਤਾਰ ਅਸੀਂ ਜਿਹੜੇ ਭਾਰਤ ਦੇ ਵਿੱਚ ਅਸੀਂ ਵੱਸਦੇ ਲੋਕ ਹਾਂ ਵੀ ਉਹਨੂੰ ਕ੍ਰਿਮੀਨਲ ਲਾਅ ਨੂੰ ਸਾਰੇ ਸਮਾਨਤਾ ਨਾਲ ਅਸੀਂ ਫੋਲੋ ਕਰਦੇ ਆ ਰਹੇ ਹਾਂ। ਮਗਰ 1937 ਦੇ ਵਿੱਚ
ਜਿਵੇਂ 1909 ਦਾ ਆਨੰਦ ਮੈਰਿਜ ਐਕਟ ਹੈ ਕਿ ਸਿੱਖਾਂ ਨੇ ਆਪਣਾ ਅਲੱਗ ਕਿਹਾ ਕਿ ਅਸੀਂ ਜਿਹੜੇ ਵਿਆਹ ਸ਼ਾਦੀ ਅਸੀਂ ਆਪਣਾ ਆਨੰਦ ਮੈਰਿਜ ਐਕਟ ਅਸੀਂ ਚਾਹੁੰਦੇ ਹਾਂ। ਹਾਂਜੀ ਮੁਸਲਿਮਸ ਲਈ ਇੱਕ 1937 ਦੇ ਵਿੱਚ ਮੁਸਲਿਮ ਪਰਸਨਲ ਲਾਅ ਸ਼ਰੀਅਤ ਐਪਲੀਕੇਸ਼ਨ ਐਕਟ 1937, ਉਹਦੇ ਸਿਰਫ ਸੈਕਸ਼ਨ ਤਾਂ ਸ਼ਾਇਦ 6 ਹੀ ਨੇ ਸਿਰਫ, ਬਟ ਉਹਦੇ ਨਾਲ ਮੁਸਲਿਮਸ ਨੂੰ ਕੁਝ ਅਖਤਿਆਰਾਤ ਮਿਲੇ ਹੋਏ ਸੀ ਸ਼ਰੀਅਤ ਦੇ ਮੁਤਾਬਿਕ, ਜੋ ਕੁਰਾਨ ਦੀਆਂ ਟੀਚਿੰਗਸ ਨੇ ਉਹਦੇ ਮੁਤਾਬਿਕ, ਜੋ ਸਾਡੇ ਸਮਝ ਲਓ ਵਿਆਹ ਸ਼ਾਦੀ ਦੇ ਮਾਮਲਾਤ ਨੇ, ਸਾਡੇ ਵਿਰਾਸਤ ਦੇ ਮਾਮਲਾਤ ਨੇ, ਅਗਰ ਕਿਸੇ ਨੇ ਬੱਚਾ ਲੈਣਾ ਗੋਦ ਉਹਦੇ ਕੀ ਮਾਮਲਾਤ ਹੋਣੇ ਚਾਹੀਦੇ ਨੇ, ਔਰ ਅਗਰ ਕਿਸੇ ਨੇ ਕਿਸੇ ਨੂੰ ਪ੍ਰਾਪਰਟੀ ਗਿਫਟ ਦੇਣੀ ਹੈ, ਹਿਬਾ ਕਰਨਾ, ਉਹਦੇ ਕੀ, ਠੀਕ ਹੈ, ਉਹਦੇ ਵਿੱਚ ਕਿਸ ਤਰੀਕੇ ਨਾਲ ਕਰ ਸਕਦਾ ਹੈ, ਵਕਫ ਕਰਨੀ ਹੈ ਕਿ ਪ੍ਰਾਪਰਟੀ ਕੋਈ ਰੱਬ ਦੇ ਰਸਤੇ ਤੇ, ਉਹ ਕਿਸ ਤਰੀਕੇ ਦੇ ਨਾਲ, ਔਰ ਇਸ ਤਰੀਕੇ ਨਾਲ ਸਾਨੂੰ ਸ਼ਰੀਅਤ ਦੇ ਹਿਸਾਬ ਨਾਲ ਹੱਕ ਮਿਲੇ ਹੋਏ ਸੀਗੇ ਕਿ ਅਸੀਂ ਜਿਵੇਂ ਇੱਕ ਤੋਂ ਜ਼ਿਆਦਾ ਸ਼ਾਦੀ, ਉਹ ਬਹੁਤ ਇਹਨਾਂ ਨੇ ਉਹਦੇ ਤੇ ਵੀ ਆਬਜੈਕਸ਼ਨ ਕੀਤੀ ਹੈ, ਮਗਰ ਉਹਦਾ ਜੋ ਕਨਸੈਪਟ ਸੀਗਾ ਉਸ ਟਾਈਮ, ਕਿ ਜਿਸ ਟਾਈਮ ਇਸਲਾਮ ਸ਼ੁਰੂ ਹੋਇਆ ਉਸ ਟਾਈਮ ਜੰਗਾਂ ਦੇ ਦੌਰ ਹੁੰਦੇ ਸੀਗੇ, ਉਸ ਟਾਈਮ ਜਦੋਂ ਜੰਗਾਂ ਤੇ ਮਰਦ ਜਾਂਦੇ ਹੁੰਦੇ ਸੀ ਤਾਂ ਉੱਥੇ ਸ਼ਹੀਦ ਹੋ ਜਾਂਦੇ ਸੀਗੇ, ਤਾਂ ਉਹਨਾਂ ਦੀਆਂ ਬੇਵਾਵਾਂ ਉਹ ਕਿਵੇਂ ਜ਼ਿੰਦਗੀ ਗੁਜ਼ਾਰਦੀਆਂ, ਤਾਂ ਉਸ ਟਾਈਮ 4 ਸ਼ਾਦੀਆਂ ਤੱਕ ਜਿਹੜੀਆਂ ਅਲਾਉ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਮੁਸਲਿਮ ਕਰਵਾ ਸਕਦੇ ਨੇ, ਤਾਂ ਕਿ ਉਹ ਜ਼ਿਆਦਾਤਰ ਅਗਰ ਧਿਆਨ ਨਾਲ ਦੇਖਿਆ ਜਾਵੇ ਤਾਂ ਉਹਦੇ ਵਿੱਚ ਇਹ ਵੀ ਕਾਨੂੰਨ ਹੈ ਕਿ ਅਗਰ ਤੁਸੀਂ ਹੱਕ ਨਹੀਂ ਦੇ ਸਕਦੇ ਪਹਿਲੀ ਬੀਵੀ ਨੂੰ ਤਾਂ ਜਦ ਤੱਕ ਤੁਸੀਂ ਦੂਸਰੀ ਸ਼ਾਦੀ ਨਹੀਂ ਕਰ ਸਕਦੇ। ਉਹਦੇ ਵਿੱਚ ਬਹੁਤ ਜ਼ਿਆਦਾ ਕੰਪਲਿਕੇਸ਼ਨਸ ਨੇ, ਮਗਰ ਇਹਦਾ ਸਭ ਤੋਂ ਜ਼ਿਆਦਾ ਇਸਤੇਮਾਲ ਇੰਡੀਆ ਦੇ ਵਿੱਚ ਕਿਹਨੇ ਕੀਤਾ? ਆਪਣੇ ਧਰਮਿੰਦਰ ਜੀ ਨੇ, ਉਹਨਾਂ ਨੇ ਸ਼ਾਦੀ ਕੀਤੀ ਇਸਲਾਮ ਦੇ ਵਿੱਚ ਕਨਵਰਟ ਮਹਿਮਾਨ ਲਈ ਨਾਲ। ਹੋਰ ਇਸ ਤਰੀਕੇ ਦੇ, ਮੈਂ ਇੱਕ ਮਿਸਾਲ ਦਿੱਤੀ ਹੈ, ਇਸ ਤਰੀਕੇ ਦੇ ਲੱਖਾਂ ਹੀ ਮਿਸਾਲ ਨੇ ਜਿਨ੍ਹਾਂ ਨੇ ਇਸ ਲਾਅ ਦਾ ਗਲਤ ਇਸਤੇਮਾਲ ਕੀਤਾ। ਮੁਸਲਿਮਸ ਮੈਨੂੰ ਨਹੀਂ ਲੱਗਦਾ ਹੈਗਾ ਕਿ 1 ਜਾਂ 2% ਵੀ ਹੋਣਗੇ ਜਿਨ੍ਹਾਂ ਨੇ ਇੱਕ ਤੋਂ ਜ਼ਿਆਦਾ ਮੈਰਿਜ ਕੀਤੀ ਹੋਊਗੀ, ਮਗਰ ਸਾਨੂੰ ਇਹ ਪ੍ਰਿਵਿਲੇਜ, ਸਾਨੂੰ ਇੱਕ ਅਧਿਕਾਰ ਮਿਲਿਆ ਹੋਇਆ ਸ਼ਰੀਅਤ ਦੇ, ਮੁਸਲਿਮ ਪਰਸਨਲ ਲਾਅ ਸ਼ਰੀਅਤ ਐਪਲੀਕੇਸ਼ਨ ਐਕਟ ਦੇ ਤਹਿਤ। ਹੁਣ ਇਹਨਾਂ ਵੱਲੋਂ ਜਿਵੇਂ ਅਲੱਗ-ਅਲੱਗ ਕਸਟਮਸ ਨੇ, ਹਰੇਕ ਦੇ, ਕ੍ਰਿਸਚਨ ਦੇ ਅਲੱਗ ਨੇ, ਸਿੱਖਾਂ ਦੇ ਅਲੱਗ ਨੇ, ਪਾਰਸੀਆਂ ਦੇ ਅਲੱਗ ਨੇ, ਬੋਧੀਆਂ ਦੇ ਅਲੱਗ ਨੇ। ਇਹ ਸਾਰਿਆਂ ਨੂੰ ਕੀ ਚਾਹੁੰਦੇ ਨੇ ਵੀ ਅਸੀਂ ਇੱਕ ਦੇਸ਼ ਇੱਕ ਵਿਧਾਨ ਵੀ ਅਸੀਂ ਲਾਗੂ ਕਰ ਦਈਏ, ਵੀ ਇੱਕੋ ਹੀ ਇਹ ਖਤਮ ਕਰਕੇ ਸਾਰਾ ਅਸੀਂ ਸਿਰਫ ਇੱਕ ਸਿਵਲ ਕੋਡ ਅਸੀਂ ਲਾਗੂ ਕਰ ਦਈਏ ਜਿਹਦੇ ਤਹਿਤ ਸਾਰੇ ਧਰਮਾਂ ਦੇ ਲੋਕ ਆਪਣੇ ਜਿਹੜੇ ਸਿਵਲ ਮੈਟਰਸ ਨੇ ਉਹਨਾਂ ਨੂੰ ਉਹ ਸੋਲਵ ਕਰ ਸਕਣ, ਰਿਜ਼ੋਲਵ ਕਰ ਸਕਣ। ਹੁਣ ਜਿਸ ਚੀਜ਼ ਦਾ ਇਹ ਹਵਾਲਾ ਲੈ ਰਹੇ ਨੇ ਆਰਟੀਕਲ 44, ਜੀ ਸਾਨੂੰ ਉਹਦੇ ਤੇ ਧਿਆਨ ਦੇਣ ਦੀ ਥੋੜੀ ਜ਼ਰੂਰਤ ਹੈ। ਆਰਟੀਕਲ 44 ਹੈ ਜਿਹੜਾ, ਉਹ ਇੱਕ ਡਾਇਰੈਕਟਿਵ ਪ੍ਰਿੰਸੀਪਲ ਹੈ, ਉਹ ਫੰਡਲ ਰਾਈਟ ਨਹੀਂ ਹੈ। ਜਿਵੇਂ ਸਾਡਾ ਵੋਟ ਪਾਉਣ ਦਾ ਹੱਕ ਹੈ, ਸਾਡਾ ਬੋਲਣ ਦਾ ਅਧਿਕਾਰ ਹੈ, ਫਰੀडम ਆਫ ਸਪੀਚ ਹੈ, ਵੈਸੇ ਤਾਂ ਇਹ ਉਹਦੀਆਂ ਵੀ ਤੁਹਾਨੂੰ ਪਤਾ ਹੀ ਹੈ, ਮੀਡੀਆ ਨੂੰ ਵੀ ਅੱਜ ਕੱਲ੍ਹ ਕਿੰਨੀ ਕੁ ਆਜ਼ਾਦੀ ਹੈ, ਜਾਂ ਠੀਕ ਹੈ, ਉਹਦੇ ਤੇ ਵੀ ਇਹ ਅਟੈਕ ਕਰ ਰਹੇ ਨੇ, ਮਗਰ ਧਾਰਮਿਕ ਆਜ਼ਾਦੀ ਹੈ, ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ, ਠੀਕ ਹੈ, ਉਹ ਜ਼ਰੂਰੀ ਨੇ। ਇਹ ਕੀ ਕਰ ਰਹੇ ਨੇ, ਜਿਹੜਾ ਪਾਰਟ 4 ਹੈ ਸੰਵਿਧਾਨ ਦਾ, ਉਹਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਨੇ, ਉਹ ਚ ਆਰਟੀਕਲ 44 ਹੈ ਕਿ ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਸੁਣਾਉਣਾ ਇਹ, ਕਿ ਯੂਨੀਫਾਰਮ ਸਿਵਲ ਕੋਡ ਫॉर ਸਿਟੀਜ਼ਨਸ, ਇਹਦਾ ਹੈ the state shall endeavor to secure for the citizens a uniform civil code throughout the territory of India। ਵੀ ਸਟੇਟ ਹੈ ਜਿਹੜੀ ਉਹ ਪ੍ਰਯਾਸ ਕਰੂਗੀ, ਇਹਦਾ ਵੀ ਮੋਟਿਵ ਕੀ ਸੀ? ਇਹ ਉਸ ਟਾਈਮ ਇਹ ਸੀ ਕਿ ਅਗਰ ਘੱਟ ਗਿਣਤੀਆਂ ਜਾਂ ਜਿਨ੍ਹਾਂ ਨੂੰ ਪਰਸਨਲ ਲਾਜ਼ ਮਿਲੇ ਹੋਏ ਨੇ ਇਖਤਿਆਰ, ਕਿ ਉਹ ਅਗਰ ਸਾਲ ਬਾਅਦ ਜਾਂ 200 ਸਾਲ ਬਾਅਦ ਕਹਿਣਗੇ ਕਿ ਸਾਡੇ ਜੀ ਇਹਨਾਂ ਦੀ ਕਾਨੂੰਨਾਂ 'ਚ ਸੁਧਾਰ ਕੀਤਾ ਜਾਵੇ, ਰਿਫਾਰਮ ਕੀਤੇ ਜਾਣ, ਇਹ ਤਾਂ ਵੀ ਜਾ ਕੇ ਵੀ ਸਟੇਟ ਇੱਕ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਕੋਸ਼ਿਸ਼ ਕਰੂਗੀ। ਔਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਆਰਟੀਕਲ 44 ਲਿਖਿਆ, ਡਾਕਟਰ ਭੀਮ ਰਾਓ ਅੰਬੇਦਕਰ ਜੀ, ਉਹਨਾਂ ਨੇ ਪਹਿਲੀ ਕੰਸਟੀਟਿਊਸ਼ਨਲ ਅਸੈਂਬਲੀ ਦੇ ਵਿੱਚ ਇਹ ਗੱਲ ਕਹਿਤੀ ਸੀ ਕਿ ਅਗਰ ਕੋਈ ਵੀ ਸਰਕਾਰ ਫਿਊਚਰ ਦੇ ਵਿੱਚ ਮੁਸਲਿਮਸ, ਕ੍ਰਿਸਚਨ ਜਾਂ ਘੱਟ ਗਿਣਤੀਆਂ ਦੀ ਸਹਿਮਤੀ ਦੇ ਬਗੈਰ ਅਗਰ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੂਗੀ ਯੂਨੀਫਾਰਮ ਸਿਵਲ ਕੋਡ ਨੂੰ, ਤਾਂ ਉਹ ਸਰਕਾਰ ਪਾਗਲ ਹੋਊਗੀ। ਪਾਗਲ ਵਰਡ ਯੂਜ਼ ਕੀਤਾ ਹੈ। ਕੀ ਬਾਤ ਹੈ, ਠੀਕ ਹੈ। ਇਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪਹਿਲੀ ਕੰਸਟੀਟਿਊਸ਼ਨਲ ਅਸੈਂਬਲੀ ਦੇ ਵਿੱਚ ਸਟੇਟਮੈਂਟ ਸੀਗੀ। ਇਹਦਾ ਮਤਲਬ ਕੀ ਹੈ ਕਿ ਸਹਿਮਤੀ ਤੋਂ ਬਗੈਰ ਨਹੀਂ ਹੋਣਾ ਚਾਹੀਦਾ। ਰਿਫਾਰਮ ਦੀ ਗੱਲ ਕੀਤੀ ਗਈ ਹੈ ਵੀ ਜੇ ਉਹ ਰਿਫਾਰਮਸ ਮੰਗਣਗੇ ਆਪਣੇ ਕਾਨੂੰਨਾਂ 'ਚ, ਮਗਰ ਮੁਸਲਿਮ ਤਾਂ 1400 ਸਾਲ ਤੋਂ ਇੱਕੋ ਹੀ ਸ਼ਰੀਅਤ ਨੂੰ ਫੋਲੋ ਕਰ ਰਹੇ ਨੇ,
ਉਹਨਾਂ ਨੂੰ ਤਾਂ ਰਿਫਾਰਮ ਦੀ ਜ਼ਰੂਰਤ ਨਹੀਂ, ਅਸੀਂ ਤਾਂ ਮੰਗਿਆ ਨਹੀਂ, ਅਸੀਂ ਤਾਂ ਕਦੇ ਕਿਹਾ ਨਹੀਂ ਕਿ ਸਾਡੇ ਕਾਨੂੰਨਾਂ ਦੇ ਵਿੱਚ ਸੋਧ ਕਰੋ। ਔਰ ਉਸ ਤੋਂ ਇਲਾਵਾ ਮਗਰ ਇੱਕ ਚੀਜ਼ ਦੇ ਹੋਰ ਵੱਲ ਮੈਂ ਧਿਆਨ ਦਿਵਾਵਾਂ ਕਿ ਇਹ ਕਿਸ ਤਰੀਕੇ ਨਾਲ ਬੇਵਕੂਫ ਬਣਾ ਰਹੇ ਨੇ। ਜਦੋਂ ਸੰਵਿਧਾਨ ਸਾਡਾ ਲਾਗੂ ਹੋ ਚੁੱਕਿਆ ਉਸ ਤੋਂ ਬਾਅਦ ਰਿਫਾਰਮਸ ਤਾਂ ਆਲਰੇਡੀ ਹੋ ਚੁੱਕੇ ਨੇ। ਉਸ ਤੋਂ ਬਾਅਦ 1954 ਦੇ ਵਿੱਚ ਸਪੈਸ਼ਲ ਮੈਰਿਜ ਐਕਟ ਆਇਆ, ਜਿਹਦੇ ਤਹਿਤ ਕੋਈ ਵੀ ਧਰਮ ਦਾ ਬੰਦਾ ਦੂਸਰੇ ਧਰਮ ਦੇ ਇੱਕ ਦੂਸਰੇ ਨਾਲ ਲੜਕਾ ਲੜਕੀ ਸ਼ਾਦੀ ਕਰ ਸਕਦੇ ਨੇ। ਉਸ ਤੋਂ ਬਾਅਦ ਡੌਰੀ ਪ੍ਰਵੇਸ਼ਨ ਐਕਟ ਆਇਆ, ਉਹ ਵੀ ਸਾਰਿਆਂ ਵਾਸਤੇ ਬਰਾਬਰ ਹੈ ਜੀ। ਔਰ ਉਸ ਤੋਂ ਬਾਅਦ 1973 ਦੇ ਵਿੱਚ ਜਿਹੜਾ 125 ਖਰਚਾ ਲੈਂਦੇ ਨੇ ਉਹ ਵੀ ਸਾਰੇ ਧਰਮਾਂ ਦੇ ਉੱਪਰ ਬਰਾਬਰ ਲਾਗੂ ਹੈ, ਸਾਰੇ ਉਹਦੇ ਤਹਿਤ ਖਰਚਾ ਲੈ ਰਹੇ ਨੇ, ਠੀਕ ਹੈ, CRPC 125। ਔਰ ਉਸ ਤੋਂ ਬਾਅਦ 2005 ਡੋਮੈਸਟਿਕ ਵਾਇਲੈਂਸ ਐਕਟ ਆਇਆ, ਸੀਨੀਅਰ ਸਿਟੀਜ਼ਨ ਐਕਟ ਆਇਆ। ਕੀ ਇਹ ਰਿਫਾਰਮਸ ਨਹੀਂ ਹੈਗੀਆਂ? ਇਹ ਵੀ ਤਾਂ ਸਾਰਿਆਂ ਦੇ ਉੱਪਰ ਬਰਾਬਰ ਲਾਗੂ ਨੇ। ਫਿਰ ਤੁਹਾਨੂੰ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਕਿਉਂ ਜ਼ਰੂਰਤ ਹੈ? ਕਿਉਂ? ਤੇ ਇੱਕ ਇਹਨਾਂ ਦੀ ਮਨਸ਼ਾ ਦੱਸਦਾ ਮੈਂ ਕਿ ਕੀ ਹੈ, ਰੀਜ਼ਨ ਕੀ ਹੈ। ਇਹਨਾਂ ਨੇ ਕਰਨੀ ਹੈ ਵੋਟਾਂ ਦੀ ਰਾਜਨੀਤੀ। ਹੁਣ ਇਹ ਜਿਹੜਾ ਮੈਂ ਵਰਡ ਦੁਬਾਰਾ ਪੜ੍ਹ ਦਿੰਦਾ ਕਿ ਇਹਨਾਂ ਨੇ ਕਿਹਾ ਸਟੇਟ ਸ਼ੈਲ ਐਂਡੇਵਰ ਟੂ ਸਿਕਿਉਰ ਫॉर ਦਾ ਸਿਟੀਜ਼ਨਸ ਏ ਯੂਨੀਫਾਰਮ ਸਿਵਲ ਕੋਡ throughout the territory of India, throughout the territory of India। ਇਹਦਾ ਮਤਲਬ ਕੀ ਹੈ ਵੀ ਸਾਰੇ ਭਾਰਤ ਦੇ ਵਿੱਚ ਅਗਰ ਲਾਗੂ ਕਰਨ, ਸਾਰੇ ਭਾਰਤ ਦੇ ਵਿੱਚ ਸਾਰਿਆਂ ਦੇ ਉੱਪਰ, ਸਾਰੇ ਸਿਟੀਜ਼ਨਸ ਦੇ ਉੱਪਰ। ਮਗਰ ਇਹ ਕਰ ਕੀ ਰਹੇ ਨੇ ਇਹਨਾਂ ਦੀ? ਮੈਂ ਹੁਣ ਇੱਕ ਰਿਪੋਰਟ ਪੜ੍ਹ ਰਿਹਾ, ਇਹਨਾਂ ਦੀ ਨਿਊਜ਼ ਲੱਗੀ ਹੈ ਦਾ ਨਿਊਜ਼ ਇੰਡੀਆ ਐਕਸਪ੍ਰੈਸ ਦੇ ਵਿੱਚ, ਔਰ ਇਹਨਾਂ ਦੀ ਇੱਕ ਲੱਗੀ ਹੈ ਇੰਡੀਆ ਟੂਡੇ ਦੇ ਵਿੱਚ, ਹਿੰਦੁਸਤਾਨ ਟਾਈਮਸ ਦੀਆਂ ਵੀ ਨੇ, ਔਰ ਸਾਰਿਆਂ ਦੇ ਵਿੱਚ ਨੇ ਕੀ ਹੈ, ਅਮਿਤ ਸ਼ਾਹ assures exemption of tribals and Christians from UCC says Nagaland CM। ਕਿ ਨਾਗਾਲੈਂਡ ਦੇ CM ਦੀ ਸਟੇਟਮੈਂਟ ਆਈ ਹੈ ਕਿ ਅਮਿਤ ਸ਼ਾਹ ਜੀ ਨੇ ਕ੍ਰਿਸਚੀਅਨਸ ਔਰ ਆਦੀਵਾਸੀਆਂ ਨੂੰ ਇਸ ਤੋਂ ਬਾਹਰ ਰੱਖਣ ਦੀ ਅਸ਼ੋਰੈਂਸ ਦਿੱਤੀ ਹੈ। ਕੀ ਬਾਤ ਹੈ, ਤੁਸੀਂ ਗੱਲ ਸਮਝੋ ਇਹਨੂੰ। ਹੁਣ ਇਹਨੂੰ ਇਹ ਲਾਗੂ ਕਰਨ ਨੂੰ ਕਹਿੰਦੇ ਨੇ, ਪੁਆਇੰਟ ਦੇਖੋ, ਆਰਟੀਕਲ 44 ਤਾਂ ਕਹਿ ਰਿਹਾ ਵੀ ਥਰੂ ਆਊਟ ਜਿਹੜੇ ਹੈਗੇ ਇੰਡੀਆ ਦੇ ਵਿੱਚ ਤੁਸੀਂ ਸਾਰੇ ਸਿਟੀਜ਼ਨਸ ਦੇ ਉੱਪਰ ਅਗਰ ਲਾਗੂ, ਤੁਸੀਂ ਕਿਸੇ ਵੀ ਕਾਨੂੰਨ ਨੂੰ, ਇਹ ਵੀ ਲਾਅ ਹੈ ਕਿ ਕਿਸੇ ਵੀ ਕਾਨੂੰਨ ਨੂੰ, ਕਿਸੇ ਜਜਮੈਂਟ ਨੂੰ ਪਾਰਟਲੀ ਨਹੀਂ ਪਿਕ ਐਂਡ ਚੂਜ਼ ਕਰ ਸਕਦੇ ਕਿ ਆਪਣੀ ਮਰਜ਼ੀ ਨਾਲ ਕੁਝ ਪਾਰਟ ਛੱਡਤਾ, ਕੁਝ ਅਸੀਂ ਲਾਗੂ ਕਰ ਲਿਆ। ਇਹ ਨਹੀਂ ਹੋ ਸਕਦਾ ਹੈਗਾ, ਇਹ ਗੈਰ ਕਾਨੂੰਨੀ ਗੱਲ ਹੈ। ਤੁਸੀਂ ਹਾਂਜੀ ਹਾਂ, ਪਹਿਲੀ ਗੱਲ ਤੁਹਾਨੂੰ ਅਗਰ ਕਿਸੇ ਤੋਂ ਤੁਸੀਂ ਕਿਹਨੇ ਤੁਹਾਨੂੰ ਕਿਹਾ ਵੀ ਲਾਗੂ ਕਰੋ? ਕੀ ਕ੍ਰਿਸਚੀਅਨਸ ਨੇ ਕਿਹਾ ਵੀ ਹਾਂ ਲਾਗੂ ਕਰੋ? ਕੀ ਮੁਸਲਿਮਸ ਨੇ ਕਿਹਾ ਵੀ ਲਾਗੂ ਕਰੋ? ਠੀਕ ਹੈ, ਅਗਰ ਉਹਨਾਂ ਨੇ ਕਿਹਾ ਹੁੰਦਾ, ਅਗਰ ਮੰਨ ਲਓ ਕ੍ਰਿਸਚੀਅਨਸ ਨੇ ਕਿਹਾ ਹੁੰਦਾ, ਫਿਰ ਤੁਸੀਂ ਉਹਨਾਂ ਨੂੰ ਬਾਹਰ ਕਿਉਂ ਰੱਖ ਰਹੇ ਹੋ? ਉਹ ਤਾਂ ਅਪੋਜ਼ ਕਰ ਰਹੇ ਨੇ। ਦੂਸਰਾ, ਮੁਸਲਿਮਸ ਅਪੋਜ਼ ਕਰ ਰਹੇ ਨੇ। 46 ਲੱਖ 10 ਤਰੀਕ ਤੱਕ ਲਾਅ ਕਮਿਸ਼ਨ ਆਫ ਇੰਡੀਆ ਨੂੰ ਰਾਏ ਲਿਖ ਕੇ ਭੇਜੀ ਜਾ ਚੁੱਕੀ ਹੈ, ਜਿਹਦੇ ਵਿੱਚ ਮੋਸਟਲੀ ਮੁਸਲਿਮਸ ਵੱਲੋਂ ਇਹੀ ਕਿਹਾ ਗਿਆ ਕਿ ਸਾਨੂੰ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ ਨਹੀਂ ਹੈ। ਮਗਰ ਫਿਰ ਵੀ ਕਿਉਂ ਇਹਨੂੰ ਲਾਗੂ ਕਰਨ ਵਾਸਤੇ ਇੰਨੀ ਜਦੋਜਹਿਦ? 4 ਮਿਨਿਸਟਰਸ ਦੀ, ਕਿਰਨ ਰਿਜੀਜੂ ਦੀ ਅਧਿਕਸ਼ਤਾ ਦੇ ਵਿੱਚ ਇੱਕ ਕਮੇਟੀ ਬਣਾ ਚੁੱਕੇ ਨੇ ਜਿਹੜੀ ਕਿ ਇਹਦੀ ਡਰਾਫਟਿੰਗ ਦੇ ਉੱਪਰ ਕੰਮ ਕਰ ਰਹੀ ਹੈ। ਦੂਸਰਾ, ਉੱਤਰਾਖੰਡ ਦੇ CM ਵੱਲੋਂ 2 ਵਾਰ ਮੀਟਿੰਗ ਪ੍ਰਾਈਮ ਮਿਨਿਸਟਰ ਨਾਲ ਕੀਤੀ ਜਾ ਚੁੱਕੀ ਹੈ ਕਿ ਸਾਡਾ ਡਰਾਫਟ ਵੀ ਲਗਭਗ ਤਿਆਰ ਹੈ, ਵੀ ਸਾਨੂੰ ਦੱਸੋ ਅਸੀਂ ਕਦੋਂ ਲਾਗੂ ਕਰੀਏ ਇਹਨੂੰ। ਹੁਣ ਇੱਕ ਜਿਸ ਚੀਜ਼ ਨੂੰ ਮਿਸਾਲ ਦਿੰਦੇ ਨੇ, ਮਿਸਾਲ ਕੀ ਦਿੰਦੇ ਨੇ ਵੀ ਅਸੀਂ ਗੋਆ ਦੇ ਵਿੱਚ ਜੀ ਯੂਨੀਫਾਰਮ ਸਿਵਲ ਕੋਡ ਲਾਗੂ ਹੈ ਕਿ ਅਸੀਂ ਗੋਆ ਵਰਗਾ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਹੈ, ਵੀ ਅਸੀਂ ਇਕੁਐਲਿਟੀ ਲੈ ਕੇ ਆਣੀ ਹੈ, ਕਿ ਅਸੀਂ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦੇਣਾ ਜੀ। ਹੁਣ ਇੱਥੇ ਮੈਂ ਤੁਹਾਨੂੰ ਧਿਆਨ ਦਿਲਵਾਉਂਗਾ ਕਿ ਗੋਆ ਦੇ ਵਿੱਚ ਜਿਹੜਾ ਯੂਨੀਫਾਰਮ ਸਿਵਲ ਕੋਡ ਇਹਨਾਂ ਨੇ ਲਾਗੂ ਕੀਤਾ, ਉੱਥੇ ਕਿੰਨੀ ਕੁ ਇਕੁਐਲਿਟੀ ਹੈ ਥੋੜੀ ਜਿਹੀ ਨਜ਼ਰ ਮਾਰ ਲਈਏ ਕਿ ਗੋਆ ਦੇ ਵਿੱਚ ਅਗਰ ਕਿਸੇ ਮੁਸਲਿਮ ਭਾਈਚਾਰੇ ਦੇ ਬੰਦੇ ਨੇ ਸ਼ਾਦੀ ਕਰਨੀ ਹੈ ਤਾਂ ਉਹਨੂੰ ਸ਼ਾਦੀ ਰਜਿਸਟਰ ਕਰਵਾਉਣੀ ਪਊਗੀ। ਅਗਰ ਤਲਾਕ ਦੇਣਾ ਤਾਂ ਤਲਾਕ ਕੋਰਟ ਦੇ ਥਰੂ ਦੇਣਾ ਪਏਗਾ। ਅਗਰ ਪ੍ਰਾਪਰਟੀ ਦੇ ਵਿੱਚ ਬਟਵਾਰਾ ਕਰਨਾ ਹੈ ਤਾਂ ਉਹ ਵੀ ਬਰਾਬਰ ਉੱਥੇ ਦੇ ਲਾਅ ਦੇ ਮੁਤਾਬਕ ਹੋਏਗਾ, ਕੋਈ ਸ਼ਰੀਅਤ ਦੇ ਮੁਤਾਬਕ ਨਹੀਂ ਹੋਏਗਾ। ਅਗਰ ਉੱਥੇ ਕਿਸੇ ਨੇ ਦੂਸਰੀ ਸ਼ਾਦੀ ਕਰ ਲਈ ਤਾਂ ਉਹਦੇ ਤੇ 494 ਦਾ ਪਰਚਾ ਦਰਜ ਹੈ, ਠੀਕ ਹੈ, ਜਦਕਿ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਮੁਸਲਿਮ ਦੇ ਉੱਪਰ ਦੂਸਰੀ ਸ਼ਾਦੀ ਕਰਨ ਤੇ ਮਾਮਲਾ ਨਹੀਂ, ਮੁਕੱਦਮਾ ਦਰਜ ਹੁੰਦਾ, ਗੋਆ ਦੇ ਵਿੱਚ ਹੋ ਰਿਹਾ। ਹੁਣ ਇਹ ਮੁਸਲਿਮਸ ਦੇ ਬਾਰੇ ਹੋ ਗਿਆ। ਹੁਣ ਕ੍ਰਿਸਚੀਅਨਸ ਨੂੰ ਕੀ ਇਖਤਿਆਰ ਮਿਲਣ? ਜਿਹੜਾ ਕੈਥੋਲਿਕ ਚਰਚ ਹੈ ਉੱਥੇ, ਉਹਦੇ ਕੋਲੇ ਪਾਵਰ ਹੈ ਕਿ ਉਹ ਮੈਰਿਜ ਨੂੰ ਉੱਥੇ ਹੀ ਚਰਚ ਦੇ ਵਿੱਚ ਹੀ ਰਜਿਸਟਰ ਕਰ ਦੂਗੀ, ਸਿਰਫ ਇੱਕ NOC ਲੈ ਕੇ ਜਾਣੀ ਹੈ ਰਜਿਸਟਰਾਰ ਕੋਲੋਂ, ਉਹ ਰਜਿਸਟ੍ਰੇਸ਼ਨ ਦੀ ਪਾਵਰ ਵੀ ਕੈਥੋਲਿਕ ਚਰਚ ਕੋਲੇ। ਅਗਰ ਮੁੰਡਾ ਕੁੜੀ ਦੀ ਸਹਿਮਤੀ ਨਹੀਂ ਹੋਈ ਔਰ ਮਿਲੇ ਨਹੀਂ ਹੈਗੇ ਉਹ ਆਪਸ ਦੇ ਵਿੱਚ, ਔਰ ਉਹਦੀ ਜਿਹੜੀ ਮੈਰਿਜ ਆ ਉਹਨੂੰ ਡਿਸੋਲਵ ਕਰਨ ਦਾ ਵੀ ਜਿਹੜਾ ਹੱਕ ਹੈ ਉਹ ਕੈਥੋਲਿਕ ਚਰਚ ਕੋਲੇ ਹੈ, ਉਹਨਾਂ ਨੂੰ ਵੀ ਤਲਾਕ ਵੀ ਕੈਥੋਲਿਕ ਚਰਚ ਦੇ ਦੇ। ਮੁਸਲਿਮਸ ਨੂੰ ਸਾਰਾ ਕੁਝ ਕੋਰਟ ਦੇ ਰਾਹੀਂ ਲੈਣਾ ਪਏਗਾ,
ਔਰ ਕੈਥੋਲਿਕ ਜਿਹੜੇ ਮੰਨਣ ਵਾਲੇ ਨੇ, ਕ੍ਰਿਸਚੀਅਨਸ ਨੇ, ਉਹਨਾਂ ਨੂੰ ਉਹ ਚਰਚ ਦੇ ਵਿੱਚ ਹੀ ਪਾਵਰ ਦੇਤੀ। ਹੁਣ ਇੱਕ ਬਹੁਤ ਇੰਟਰਸਟਿੰਗ ਗੱਲ, ਮੈਨੂੰ ਲੱਗਦਾ ਕਿ ਹਿੰਦੂ ਭਾਈਚਾਰੇ ਦੀ, ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਮੈਨੂੰ ਲੱਗਦਾ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿੱਥੇ ਲਾਗੂ ਹੈਗਾ ਵੀ ਆ ਗੋਆ ਦੇ ਵਿੱਚ, ਉੱਥੇ ਵੀ ਇਕੁਐਲਿਟੀ ਨਹੀਂ ਹੈ, ਜਾਂ ਤਾਂ ਫਿਰ ਬਰਾਬਰਤਾ ਹੋਵੇ, ਦਿਖਾਓ ਵੀ ਹਾਂ ਬਰਾਬਰਤਾ ਹੈ। ਉੱਥੇ ਕਿਸੇ ਇੱਕ ਖਾਸ ਕੋਈ ਐਗਜ਼ਾਮਪਲ ਤਾਂ ਦੇਣ ਨਾ, ਤੇ ਕਿਸੇ ਦੂਜੀ ਖਾਸ ਕੋਲੋਂ ਰਿਆਇਤ ਖੋਲੀ ਜਾਂਦੀ ਹੈ, ਇਦਾਂ ਦੀ ਬਰਾਬਰਤਾ ਹੈ। ਹਾਂਜੀ ਹਾਂ। ਔਰ ਇੱਕ ਹੋਰ ਚੀਜ਼, ਹਿੰਦੂ ਭਾਈਚਾਰੇ ਦੇ ਬੰਦੇ ਤੇ ਦੂਸਰੀ ਸ਼ਾਦੀ ਅਗਰ ਉਹ ਪੂਰੇ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ 'ਚ ਕਰਦਾ ਤਾਂ ਉਹਦੇ ਤੇ ਬਾਈਗੇਮੀ ਦਾ ਉੱਤੇ ਮਾਮਲਾ ਦਰਜ ਹੋ ਜਾਂਦਾ, ਅਗਰ ਕੰਪਲੇਂਟ ਹੋ ਜਾਵੇ, ਕੋਈ ਬੀਵੀ ਕੰਪਲੇਂਟ ਕਰ ਦੇਵੇ ਜਾਂ ਕੋਈ ਕੰਪਲੇਂਟ ਕਰ ਦੇਵੇ ਜੀ। ਮਗਰ ਗੋਆ ਦੇ ਵਿੱਚ ਉਹਨੂੰ ਕੀ ਅਖਤਿਆਰ ਮਿਲਿਆ ਹੋਇਆ ਕਿ ਅਗਰ ਹਿੰਦੂ ਭਾਈਚਾਰੇ ਦੇ ਜਿਹੜੀ ਵਾਈਫ ਹੈ ਉਹਦੇ ਅਗਰ 25 ਸਾਲ ਦੀ ਉਮਰ ਤੱਕ ਬੱਚਾ ਪੈਦਾ ਨਾ ਹੋਵੇ ਜਾਂ 30 ਸਾਲ ਦੀ ਉਮਰ ਤੱਕ ਬੇਟਾ ਪੈਦਾ ਨਾ ਹੋਵੇ ਤਾਂ ਉਹ ਦੂਸਰੀ ਮੈਰਿਜ ਕਰਵਾ ਸਕਦਾ। ਜਿਨ੍ਹਾਂ ਦੀ ਸ਼ਰੀਅਤ ਦੇ ਵਿੱਚ, ਜਿਨ੍ਹਾਂ ਨੂੰ ਪੂਰੇ ਇੰਡੀਆ 'ਚ ਅਖਤਿਆਰ ਹੈ ਮੁਸਲਿਮਸ ਕੋਲੇ ਕਿ ਦੂਸਰੀ ਸ਼ਾਦੀ ਕਰਵਾ ਸਕਦੇ ਨੇ, ਉਹਨਾਂ ਨੂੰ ਗੋਆ ਦੇ ਵਿੱਚ ਰਿਸਟ੍ਰਿਕਸ਼ਨ ਹੈ ਉਹਨਾਂ ਦੇ ਉੱਪਰ ਕਿ ਉਹ ਦੂਸਰੀ ਸ਼ਾਦੀ ਨਹੀਂ ਕਰਾ ਸਕਦੇ, ਉਹਨਾਂ ਦੇ ਉੱਪਰ ਮਾਮਲਾ ਦਰਜ ਹੈ। ਹਿੰਦੂ ਭਾਈਚਾਰੇ ਨੂੰ ਜਿੱਥੇ ਸਾਰੇ ਇੰਡੀਆ ਦੇ ਵਿੱਚ ਨਹੀਂ ਕਰਵਾ ਸਕਦਾ, ਉੱਥੇ ਉਹਨਾਂ ਨੂੰ ਪਾਵਰ ਦਿੱਤੀ ਹੋਈ ਹੈ ਕਿ ਤੁਸੀਂ ਦੂਸਰੀ ਮੈਰਿਜ। ਇਹ ਕੀ ਇਕੁਐਲਿਟੀ ਹੈ ਇਹ? ਔਰ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਆਰਟੀਕਲ 44 ਦਾ ਇਹ ਰੋਣਾ ਰੋ ਰਹੇ ਨੇ ਕਿ ਇਹਦੇ ਵਿੱਚ ਜੀ ਸਾਨੂੰ ਡਾਇਰੈਕਸ਼ਨ ਦਿੱਤੀ ਹੋਈ ਹੈ ਸੰਵਿਧਾਨ ਦੇ ਵਿੱਚ। ਡਾਇਰੈਕਸ਼ਨ ਤਾਂ ਆਰਟੀਕਲ 38 ਦੇ ਵਿੱਚ ਇਹ ਵੀ ਦਿੱਤੀ ਹੋਈ ਹੈ ਕਿ ਤੁਸੀਂ ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਦੀ ਜਿਹੜੀ ਇਕਨੋਮਿਕਲੀ ਉਹਨਾਂ ਦੀ ਅਸਮਾਨਤਾ ਹੈ ਉਹਨਾਂ ਦੀ ਆਮਦਨ ਦੇ ਵਿੱਚ, ਤਾਂ ਉਹਨੂੰ ਖਤਮ ਕਰੋਗੇ। ਕਿਸੇ ਦੀ ਇਹ ਨਹੀਂ ਹੋਣੇ ਚਾਹੀਦਾ ਕਿ ਕੋਈ ਮਜ਼ਦੂਰ ਵਿਚਾਰਾ ਉਹ 5-7 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਔਰ ਕੋਈ ਤੁਹਾਡੇ ਜਿਹੜੇ ਦੋਸਤ ਨੇ ਅੰਬਾਨੀ ਅਡਾਨੀ ਵਰਗੇ, ਇਹ ਕਈ ਹਜ਼ਾਰ ਕਰੋੜ ਰੁਪਇਆ ਇਹਨਾਂ ਨੂੰ ਇੱਕ ਮਹੀਨੇ ਦਾ ਉਹ ਆਮਦਨ। ਤਾਂ ਇਹਦੀ ਜਿਹੜੀ ਆਮਦਨ ਦੇ ਵਿੱਚ ਡਿਫਰੈਂਸ ਹੈ ਇਹਨੂੰ ਘੱਟ ਕਰਨ ਦੀ ਕੋਸ਼ਿਸ਼ ਕਰੂੰਗਾ। ਕੀ ਇਹ ਕੀਤੀ ਗਈ ਹੈ? ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਆਮਦਨ ਨੂੰ ਆਪਸ 'ਚ ਜਿਹੜੀ ਅਸਮਾਨਤਾ ਹੈ ਆਮਦਨ ਦੇ ਵਿੱਚ ਉਹਨੂੰ ਘਟਾਉਣ ਵਾਸਤੇ ਕੀ ਕੋਈ ਪ੍ਰਯਾਸ ਕੀਤਾ ਗਿਆ ਕੋਈ ਸਰਕਾਰ ਵੱਲੋਂ? ਦੂਸਰਾ ਆਰਟੀਕਲ 47 ਜੀ, ਆਰਟੀਕਲ 47 ਉਹ ਕੀ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਆਪਣੀ ਸਿਹਤ ਨੂੰ, ਭਾਰਤ ਦੇ ਨਾਗਰਿਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਮੀਨ ਸ਼ਰਾਬ, ਗੁਟਕਾ, ਤੰਬਾਕੂ, ਬੀੜੀ, ਜ਼ਰਦਾ, ਸਿਗਰਟ, ਇਹਨੂੰ ਸਰਕਾਰ ਬੰਦ ਕਰੂਗੀ। ਕੀ ਸਰਕਾਰ ਨੇ ਇਹਨੂੰ ਬੰਦ ਕਰਨ ਵਾਸਤੇ ਕੋਈ ਪ੍ਰਯਾਸ ਕੀਤਾ? ਨਹੀਂ ਕੀਤਾ, ਬਲਕਿ ਉਲਟਾ ਚੌਂਕਾਂ ਦੇ ਵਿੱਚ ਬੜੇ ਹੋਰਡਿੰਗ ਲਗਾ ਕੇ ਸ਼ਰਾਬ ਵੇਚੀ ਜਾਂਦੀ ਹੈ ਔਰ ਉਹਦਾ ਜਿਹੜਾ ਸਭ ਤੋਂ ਬੜਾ ਸੋਰਸ ਹੈ ਇਹਨਾਂ ਦੀ ਆਮਦਨ ਦਾ ਉਹ ਐਕਸਾਈਜ਼ ਦਾ, ਜਿਹੜੇ ਸ਼ਰਾਬ ਤੋਂ ਇਹਨਾਂ ਨੂੰ ਆਮਦਨ ਹੁੰਦੀ ਹੈ। ਇਹਨਾਂ ਨੇ ਤਾਂ ਆਪਣੀ ਆਮਦਨ ਦਾ ਜ਼ਰੀਆ ਬਣਾ ਲਿਆ ਉਸ ਚੀਜ਼ ਨੂੰ। ਮੈਨੂੰ ਲੱਗਦਾ ਮੁਬੀਨ ਜੀ ਉਹ ਇਸ ਗੱਲ ਦਾ ਜਵਾਬ ਇਹ ਦੇ ਸਕਦੇ ਆ ਕਿ ਦੇਖੋ ਜੀ, ਗੁਟਕਾ, ਸ਼ਰਾਬ, ਪਾਨ, ਤੰਬਾਕੂ ਜਾਂ ਹੋਰ ਜਿੰਨੇ ਵੀ ਨਸ਼ੇ ਹੈਗੇ ਉਹ ਕਹਿ ਸਕਦੇ ਆ ਕਿ ਭਾਈ ਇਹ ਵੀ ਸਾਰਿਆਂ ਵਾਸਤੇ ਬਰਾਬਰ ਹੀ ਆ, ਜਿਹੜਾ ਮਰਜ਼ੀ ਖਾਓ ਪੀਓ, ਕੋਈ ਪੂਰੀ ਬਰਾਬਰਤਾ ਆ। ਇਹਦਾ ਜਵਾਬ ਉਹ ਦੇ ਸਕਦੇ ਆ। ਜੇ ਹੁਣ ਮੈਂ ਤੁਹਾਡੀ ਗੱਲ ਤੇ ਆ ਨਾ, ਜੇ ਇਸ ਚੀਜ਼ ਦੇ ਵਿੱਚ ਚੋਇਸ ਹੈ ਕਿ ਜਿਹਨੇ ਖਾਣਾ ਖਾਓ, ਜਿਹਨੇ ਨਹੀਂ ਖਾਣਾ ਨਾ ਖਾਓ, ਤਾਂ ਆਰਟੀਕਲ 44 ਦੇ ਵਿੱਚ ਇਹਨਾਂ ਨੇ ਕਿਉਂ ਨਹੀਂ ਚੋਇਸ ਦਿੱਤੀ ਵੀ ਹਾਂ ਵੀ ਜਿਹਨੇ ਸਮਾਨ ਸਿਵਲ ਕੋਡ ਲੈਣਾ, ਜਿਹਨੇ ਮੰਨਣਾ ਮੰਨੋ, ਨਹੀਂ ਨਾ ਸੀ ਤੁਸੀਂ ਜ਼ਬਰਦਸਤੀ ਉਹਨੂੰ ਲਾਗੂ ਕਿਉਂ ਕਰਨ ਦੀ ਕੋਸ਼ਿਸ਼ ਕਰ ਰਹੇ? ਮੇਰਾ ਸਵਾਲ ਇੱਥੇ ਹਾਂ, ਇਹ ਸਵਾਲ ਹੈਗਾ। ਹੋ ਸਕਦਾ ਬਹੁਤ ਸਾਰੇ ਸੱਜਣ ਇਹ ਸੋਚਦੇ ਹੋਣ ਕਿ ਬਰਾਬਰਤਾ ਹੋ ਰਹੀ ਹੈ ਬਈ, ਜਦੋਂ ਤੁਸੀਂ ਗੱਲ ਕੀਤੀ ਹੈ, ਕਿਉਂਕਿ ਕਈਆਂ ਦੇ ਮਨ 'ਚ ਸਵਾਲ ਆਊਗਾ ਕਿ ਜਦੋਂ ਜੰਗਾਂ ਜੁੱਧਾਂ ਦਾ ਸਮਾਂ ਸੀਗਾ, ਜਦੋਂ ਹਨਾ, ਜਿਸ ਸਮੇਂ ਦੀ ਤੁਸੀਂ ਗੱਲ ਕਰਦੇ ਹੋ ਵੀ ਉਦੋਂ ਜਿਹੜੀਆਂ ਵਿਧਵਾਵਾਂ ਹੋ ਜਾਂਦੀਆਂ ਸੀਗੀਆਂ ਵੀ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਵੀ ਚਲੋ ਉਹਨਾਂ ਦੀ ਕੋਈ ਕੇਅਰ ਕਰੇ, ਇੱਕ ਬੰਦੇ ਨੇ ਪਹਿਲਾਂ ਸ਼ਾਦੀ ਕੀਤੀ ਹੋਈ ਹੈ ਵੀ ਚਲੋ ਉਹਨੂੰ ਵੀ ਨਾਲ ਆਪਣੇ ਰੱਖ ਕੇ ਤੇ ਐਜ਼ ਏ ਵਾਈਫ ਉਹਨੂੰ ਸਾਰੇ ਹੱਕ ਹਕੂਕ ਦੇ ਕੇ ਹਨਾ ਸਾਰਾ ਵੀ। ਹੁਣ ਤਾਂ ਉਹ ਸਮਾਂ ਨਹੀਂ ਰਿਹਾ ਵੀ ਹੁਣ ਕਿਉਂ ਨਾ ਬਰਾਬਰਤਾ ਹੋ ਜਾਵੇ, ਕਿਉਂ ਨਾ ਹੁਣ ਬਰਾਬਰਤਾ ਹੋ ਜਾਵੇ? ਕਈਆਂ ਦੇ ਮਨ 'ਚ ਸਵਾਲ ਆਉਂਦਾ ਹੋਊਗਾ ਨਹੀਂ ਕਿਉਂ ਨਾ ਬਰਾਬਰ। ਹੁਣ ਵੀ ਅਗਰ ਆਪਾਂ ਜੇ ਬੇਸਿਕਲੀ ਦੇਖੀਏ ਤਾਂ ਕੀ ਜਿਹੜੇ ਔਰਤਾਂ ਨੂੰ ਬਰਾਬਰ ਦੇ ਹੱਕ, ਜਿਸ ਤਰੀਕੇ ਦੀ ਇਕੁਐਲਿਟੀ ਦੀ ਇਹ ਗੱਲ ਕਰਦੇ ਨੇ ਔਰਤਾਂ ਨੂੰ ਹੱਕ ਦੇਣ ਦੀ, ਤਾਂ ਕੀ ਇਹਨਾਂ ਨੇ ਉਹ ਇਕੁਐਲਿਟੀ ਉਹਨਾਂ ਵਾਸਤੇ ਹੈ? ਕੀ ਉਹਨਾਂ ਨੇ ਉਸ ਤਰੀਕੇ ਦੀ ਮੁਸਲਿਮ ਔਰਤਾਂ ਦੇ ਹੱਕਾਂ ਦੀ ਜਿਨ੍ਹਾਂ ਦੀ ਗੱਲ ਕਰਦੇ ਨੇ ਇਹ ਜ਼ਿਆਦਾਤਰ, ਕੀ ਉਹਨਾਂ ਦੀ ਐਜੂਕੇਸ਼ਨ ਵਾਸਤੇ ਅਸੀਂ ਕਈ ਵਾਰੀ ਕਿਹਾ ਕਿ ਅਗਰ ਤੁਹਾਨੂੰ ਹੱਕ ਦੇਣੇ ਨੇ, ਅਗਰ ਤੁਸੀਂ ਕੋਈ ਰਾਈਟ ਪ੍ਰੋਟੈਕਟ ਕਰਨੇ ਨੇ ਤਾਂ ਉਹਨਾਂ ਨੂੰ ਰਿਜ਼ਰਵੇਸ਼ਨ ਦਿਓ ਐਜੂਕੇਸ਼ਨਲ ਇੰਸਟੀਚਿਊਟਸ ਦੇ ਵਿੱਚ, ਉਹਨਾਂ ਨੂੰ ਜੌਬਸ ਦੇ ਵਿੱਚ, ਸਰਕਾਰੀ ਜੌਬਸ ਦੇ ਵਿੱਚ ਤੁਸੀਂ ਕਿਉਂ ਨਹੀਂ ਉਹ ਕਰ ਰਹੇ? ਸਿਰਫ ਸਮਾਨਤਾ ਵਿਆਹ ਸ਼ਾਦੀ ਦੇ ਮਾਮਲੇ ਦੇ ਵਿੱਚ ਹੀ ਦੇਣੀ ਹੈ ਇਹਨਾਂ ਨੇ। ਮੁਬੀਨ ਜੀ ਆਹੀ ਸਵਾਲ ਆ ਨਾ ਉਹ ਲੋਕ ਆਹੀ ਸਵਾਲ ਕਰਦੇ ਆ, ਬਹੁਤ ਸਾਰੇ ਲੋਕ। ਉਹ ਕਹਿੰਦੇ ਕਿ ਰਿਜ਼ਰਵੇਸ਼ਨ ਕਿਉਂ, ਕਹਿੰਦੇ ਬਰਾਬਰਤਾ ਕਿਉਂ ਨਹੀਂ? ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਨੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜਿਹੜੇ ਕਿ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ ਨੇ ਜਾਂ ਜਿਹੜੇ
ਨਾਲ ਸੰਬੰਧਿਤ ਹੈਗੇ ਆ ਵੀ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ, ਉਹ ਵਾਧੂ ਪੈਸੇ ਕਮਾ ਰਹੇ ਆ, ਤੇ ਕਈ ਉੱਚ ਕਾਸਟਾਂ ਦੇ ਜਿਹੜੇ ਹੈਗੇ ਆ ਵੀ ਉਹ ਵਿਚਾਰੇ ਬੇਰੁਜ਼ਗਾਰ ਤੁਰੇ ਫਿਰਦੇ ਆ, ਆਰਥਿਕ ਤੌਰ ਤੇ ਵੀ ਉਹ ਕਮਜ਼ੋਰ ਆ। ਇਸ ਕਰਕੇ ਵੀ ਕਈਆਂ ਨੂੰ ਸਵਾਲ ਆਉਂਦਾ ਹੈਗਾ ਯਾਰ ਵੀ ਇਹ ਸਾਰਾ ਲਾਹਾ ਇਹ ਲਈ ਜਾਂਦੇ ਆ ਰਿਜ਼ਰਵੇਸ਼ਨ ਵਾਲੇ, ਤੇ ਅਸੀਂ ਉਹੀ ਤੁਰੇ ਫਿਰਦੇ ਆ, ਬਰਾਬਰ ਨਾ ਹੋਵੇ, ਏਦਾਂ ਸੋਚਦੇ ਕਈ। ਬਰਾਬਰਤਾ ਦੀ ਹੁਣ ਇਹ ਗੱਲ ਕਰ ਰਹੇ ਨੇ, ਬਰਾਬਰਤਾ ਦੀ ਗੱਲ ਫਿਰ ਇਹ ਉਹਨਾਂ ਨੂੰ ਧਾਰਮਿਕ ਤੌਰ ਦੇ ਉੱਪਰ ਵਰਤਾ ਦੇਣ। ਕਿੱਥੇ ਕਿੱਥੇ ਠੀਕ ਹੈ, ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ ਕਿ ਅੱਜ ਵੀ ਕਈ ਐਸੇ ਪਿੰਡ ਨੇ ਭਾਰਤ ਦੇ ਵਿੱਚ ਜਿੱਥੇ ਘੋੜੀ ਤੇ ਚੜ ਕੇ ਦਲਿਤ ਸਮਾਜ ਦਾ ਬੰਦਾ ਸ਼ਾਦੀ ਨਹੀਂ ਕਰਾ ਸਕਦਾ। ਹੋਰ ਆ ਪਿੱਛੇ ਜਿਹੜਾ ਇੱਕ ਹੋਇਆ ਕਿ ਉਹਦੇ ਤੇ ਸ਼ਰੇਆਮ ਇੱਕ ਲੀਡਰ ਵੱਲੋਂ ਠੀਕ ਹੈ ਜੋ ਇੱਕ ਕਾਨੂੰਨੀ ਹਰਕਤ ਕੀਤੀ ਗਈ ਹੈ ਮੱਧ ਪ੍ਰਦੇਸ਼ ਦੇ ਵਿੱਚ, ਠੀਕ ਹੈ, ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ ਕਿ ਕੀ ਜਿਹੜੇ ਸਮਾਜ ਨੂੰ ਇੱਕ ਇੰਨੇ 100 ਸਾਲਾਂ ਤੋਂ ਪ੍ਰਤਾੜਿਤ ਕੀਤਾ ਹੋਇਆ, ਦਬਾ ਕੇ ਰੱਖਿਆ ਗਿਆ ਹੋਵੇ, ਅਛੂਤ ਸਮਝ ਕੇ ਦੂਰ ਰੱਖਿਆ ਗਿਆ ਹੋਵੇ, ਉਹਨੂੰ ਬਰਾਬਰੀ ਤੇ ਲੈ ਕੇ ਆਉਣ ਵਾਸਤੇ ਇੱਕ ਬੰਦੇ ਨੇ ਰੇਸ ਦੇ ਵਿੱਚ ਇੱਕ ਪੁਆਇੰਟ ਤੋਂ ਸ਼ੁਰੂ ਹੋ ਕੇ ਉਹਦੇ ਵਾਸਤੇ 100 ਮੀਟਰ ਦੀ ਰੇਸ ਹੈ, ਇੱਕ ਨੂੰ ਤੁਸੀਂ ਇੰਨਾ ਦਬਾਇਆ ਹੋਇਆ, ਇੰਨਾ ਕੁਚਲਿਆ ਹੋਇਆ ਕਿ ਉਹ 10 ਕਿਲੋਮੀਟਰ ਪਿੱਛੇ ਸੁੱਟਿਆ ਹੋਇਆ, ਉਹਨੂੰ ਮੇਨ ਮੁੱਖ ਧਾਰਾ ਦੇ ਵਿੱਚ ਜੋੜਨ ਵਾਸਤੇ ਉਸ ਸਮਾਜ ਨੂੰ, ਅਗਰ ਉਸ ਟਾਈਮ ਜਦੋਂ ਸੰਵਿਧਾਨ ਲਿਖਿਆ ਗਿਆ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਅਗਰ ਕੁਝ ਰਾਈਟਸ ਦਿੱਤੇ ਨੇ ਉਹਨਾਂ ਨੂੰ, ਅਗਰ ਕੋਈ ਰਿਜ਼ਰਵੇਸ਼ਨ ਦੀ ਉਹਨਾਂ ਵਾਸਤੇ ਪ੍ਰੋਵੀਜ਼ਨਸ ਬਣਾਈਆਂ ਗਈਆਂ ਨੇ, ਤਾਂ ਉਹ ਸਮਾਜ ਨੂੰ ਬਰਾਬਰ ਜੋੜਨ ਵਾਸਤੇ, ਮੁੱਖ ਧਾਰਾ ਤੱਕ ਲਿਆਉਣ ਵਾਸਤੇ ਵੀ ਉਹਨਾਂ ਨੂੰ ਵੀ ਇਹਨਾਂ ਦੇ ਬਰਾਬਰਤਾ ਦਾ, ਕਿਉਂਕਿ ਉਹਨਾਂ ਨੂੰ ਇੰਨੇ 100 ਸਾਲਾਂ ਤੱਕ ਜਿਹੜੇ ਸਮਾਜ ਨੂੰ ਇੰਨਾ ਦਬਾਇਆ ਗਿਆ ਹੋਵੇ, ਉਹਨੂੰ ਉੱਪਰ ਚੱਕਣ ਵਾਸਤੇ ਹੀ ਬਹੁਤ ਟਾਈਮ ਦੀ ਜ਼ਰੂਰਤ ਹੈ। ਉਹਨਾਂ ਨੂੰ ਬਰਾਬਰ ਲਿਆ ਕੇ ਖੜਾਉਣ ਵਾਸਤੇ ਹੀ ਬਹੁਤ ਜ਼ਿਆਦਾ ਐਫਰਟ ਦੀ ਜ਼ਰੂਰਤ ਹੈ, ਜਿਹਦੇ ਕਰਕੇ ਰਿਜ਼ਰਵੇਸ਼ਨ ਰੱਖੀ ਗਈ ਸੀਗੀ। ਹੁਣ ਅੱਜ ਬਰਾਬਰਤਾ ਦੀ ਗੱਲ ਕਰਨ, ਤੁਸੀਂ ਅੱਜ ਵੀ ਉਹਨਾਂ ਨੂੰ ਬਰਾਬਰਤਾ ਦਾ ਹੱਕ ਹੋਰ ਚੀਜ਼ਾਂ 'ਚ ਤਾਂ ਦਿਓ। ਤੁਸੀਂ ਰਿਜ਼ਰਵੇਸ਼ਨ ਉਹਨਾਂ ਦੀ ਨੌਕਰੀਆਂ ਦੇਖੀ ਜਾਂਦੇ ਹੋ, ਬਾਕੀ ਕੀ ਉਹਨਾਂ ਵਾਸਤੇ ਕੀ ਧਾਰਮਿਕ ਸਥਾਨਾਂ ਦੀ ਇਜਾਜ਼ਤ ਹੈ? ਹੁਣ ਇਹ ਹੋਰ ਡਿਬੇਟ ਦੂਸਰੇ ਪਾਸੇ ਨੂੰ ਤੁਰੂਗੀ, ਇਸ ਲਈ ਨਾ ਹੀ ਆਪਾਂ ਇੱਕੋ ਲਾਈਨ 'ਚ ਗੱਲ ਕਲੀਅਰ ਕਰ ਸਕਦੇ ਆ ਕਿ ਇੱਕ ਛੋਟਾ ਜਿਹਾ, ਜੀ ਹਾਂ, ਇਹ ਬਹੁਤ ਕੀ ਉਹਨਾਂ ਨੂੰ ਬਰਾਬਰਤਾ ਦਾ, ਜੇ ਤੇ ਮੰਦਰ ਨੂੰ ਧੋਂਦੇ ਆ, ਕਹਿੰਦੇ ਮੰਦਰ ਪਵਿੱਤਰ ਹੋ ਗਿਆ, ਉਹਨੂੰ ਕੁੱਟਿਆ ਜਾਂਦਾ ਹੈਗਾ। ਅਸੀਂ ਕਿਸੇ ਧਾਰਮਿਕ ਸੰਧੀ ਵੀ, ਮਗਰ ਕਹਿਣ ਦਾ ਮਤਲਬ ਇਕੁਐਲਿਟੀ ਹੋਣੀ ਚਾਹੀਦੀ ਹੈ ਹਰ ਚੀਜ਼ ਦੇ ਵਿੱਚ, ਧਾਰਮਿਕ ਤੌਰ ਤੇ ਵੀ ਹਰ ਚੀਜ਼ ਦੇ ਵਿੱਚ ਇਕੁਐਲਿਟੀ ਪਹਿਲਾਂ ਦਿਓ, ਉਸ ਤੋਂ ਬਾਅਦ ਰਿਜ਼ਰਵੇਸ਼ਨ ਉਹਨਾਂ ਦੀ ਖਤਮ ਕਰਨ ਵਾਸਤੇ ਤੁਸੀਂ ਕੋਈ ਸਟੈਪ ਲਿਓ, ਪਹਿਲਾਂ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਿਓ ਹਰ ਬੰਦੇ ਨੂੰ। ਜੀ ਮਬੀਨ ਜੀ, ਮੈਨੂੰ ਲੱਗਦਾ ਕਿ ਰਾਸ਼ਟਰਪਤੀ ਜਿਹੜੇ ਇਸ ਵੇਲੇ ਦੇਸ਼ ਦੇ ਹੈਗੇ ਆ ਵੀ ਉਹ ਸੰਸਦ ਦੀ ਨਵੀਂ ਜਦੋਂ ਬਿਲਡਿੰਗ ਦਾ ਉਦਘਾਟਨ ਹੁੰਦਾ ਹੈਗਾ, ਜੇ ਕਰਨ ਵੀ ਲੱਗੇ ਤਾਂ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਜਿਹੜਾ ਸੰਸਦ ਦੀ ਬਿਲਡਿੰਗ ਦਾ ਉਦਘਾਟਨ ਹੈਗਾ ਸ਼ਾਇਦ ਦੇਸ਼ ਦੇ ਰਾਸ਼ਟਰਪਤੀ ਦੇ ਹੱਥੋਂ ਹੋਣਾ ਚਾਹੀਦਾ ਹੁੰਦਾ, ਪਰ ਉੱਥੇ ਰਾਸ਼ਟਰਪਤੀ ਨੂੰ ਸੱਦਿਆ ਨਹੀਂ ਜਾਂਦਾ ਕਿਉਂਕਿ ਉਹ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਆ। ਮਬੀਨ ਜੀ, ਤੁਸੀਂ ਇੱਕ ਲਫ਼ਜ਼ ਬੋਲਿਆ ਸੀਗਾ ਕਿ ਸਹਿਮਤੀ, ਤੇ ਮੁਸਲਮਾਨ ਭਾਈਚਾਰੇ ਦੇ ਕੋਲੋਂ ਉਹਨਾਂ ਨੇ ਸਹਿਮਤੀ ਨਹੀਂ ਲਈ ਹੈਗੀ। ਆਪਾਂ ਵੇਖਦੇ ਹਾਂ ਕਿ ਜਦੋਂ ਸੰਸਦ ਦੀ ਬਿਲਡਿੰਗ ਦਾ ਉਦਘਾਟਨ ਕਰਦੇ ਆ, ਉੱਥੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਵੀ ਆਗੂ ਜਿਹੜੇ ਉਹਨਾਂ ਦੇ ਆਪਣੇ ਘੜੇ ਹੋਏ ਆ ਉਹ ਨਾਲ ਆਪਣੇ ਬਹਾਉਂਦੇ ਆ, ਸਿੱਖ ਭਾਈਚਾਰੇ ਨਾਲ ਸੰਬੰਧਿਤ ਉਹ ਵੀ ਉਹਨਾਂ ਨੇ ਘੜੇ ਹੋਏ ਆ ਸਿੱਖ ਆਗੂ, ਦੁਨੀਆ ਨੂੰ ਦੱਸਦੇ ਆ ਕਿ ਆ ਅਸਲੀ ਸਿੱਖ, ਉਹ ਕਹਿੰਦੇ ਕਿ ਆ ਅਸਲੀ ਮੁਸਲਮਾਨ ਭਾਈਚਾਰੇ ਦੇ ਜੋ ਉਹਨਾਂ ਦੇ ਨਾਲ ਸਹਿਮਤੀ ਰੱਖਦੇ ਨੇ ਉਹੀ ਉਹਨਾਂ ਨੂੰ ਹੀ ਰੱਖਦੇ ਆ। ਹਾਂਜੀ, ਉਹਨਾਂ ਨੂੰ ਜਿਹੜੇ ਫਿੱਟ ਬਹਿੰਦੇ ਆ ਉਹਨਾਂ ਨੂੰ ਰੱਖ ਲੈਂਦੇ ਆ। ਸੋ ਉਹਨਾਂ ਦੇ ਕੋਲੋਂ ਸਹਿਮਤੀ ਵੀ ਪ੍ਰਗਟਵਾ ਲੈਂਦੇ ਆ, ਸਹਿਮਤੀ ਉਹਨਾਂ ਨੇ ਲੈ ਲੈਣੀ ਉਹਨਾਂ ਦੇ ਕੋਲੋਂ, ਉਹਨਾਂ ਨੇ ਸਹਿਮਤੀ ਦੇ ਵੀ ਦੇਣੀ ਆ। ਉਹ ਤੇ ਉਹਨਾਂ ਦੇ ਨਾਲ ਸੱਜੇ ਖੱਬੇ ਤੁਰੇ ਫਿਰਦੇ ਆ, ਪੂਰੇ ਲਾਹੇ ਲੈਂਦੇ ਆ ਉਹ ਜਿਹੜੇ ਲੋਕ ਹੈਗੇ ਆ। ਏਦਾਂ ਦੇ ਹਾਲਾਤਾਂ ਵਿੱਚ ਆਮ ਜਿਹੜਾ ਮੁਸਲਮਾਨ ਹੈਗਾ ਜਾਂ ਆਮ ਘੱਟ ਗਿਣਤੀ ਕੌਮ ਦਾ ਬੰਦਾ ਹੈਗਾ, ਉਹ ਵਿਚਾਰਾ ਕੀ ਕਰੇ? ਦੇਖੋ, ਜੋ ਅਸੀਂ ਤਾਂ ਸਿਰਫ ਹਾਲੇ ਫਿਲਹਾਲ ਇਹੀ ਕਹਿ ਰਹੇ ਹਾਂ ਕਿ ਜੋ ਸੰਵਿਧਾਨ ਦੇ ਮੁਤਾਬਕ ਸਾਰੇ ਭਾਰਤ ਦੇ ਲੋਕਾਂ ਨੂੰ ਹੱਕ ਮਿਲੇ ਹੋਏ ਨੇ, ਸਿਰਫ ਉਹਨਾਂ ਨੂੰ ਹੀ ਪ੍ਰੋਟੈਕਟ ਕਰੋ। ਆਰਟੀਕਲ 13 ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਵੀ ਕੋਈ ਵੀ ਐਸਾ ਕਾਨੂੰਨ ਸਰਕਾਰ ਨਹੀਂ ਬਣਾਊਗੀ ਜੋ ਫੰਡਾਮੈਂਟਲ ਰਾਈਟਸ ਦੇ ਨਾਲ ਟਕਰਾਉਂਦਾ ਹੋਵੇ। ਜਿਹੜਾ ਯੂਨੀਫਾਰਮ ਸਿਵਲ ਕੋਡ ਹੈ, ਅਗਰ ਸਾਰਿਆਂ ਵੱਲੋਂ ਹਾਂਜੀ ਇੱਕ ਸਮਾਨਤਾ ਤੇ ਤੁਸੀਂ ਬਹੁਤ ਕੁਝ ਬਣਾ ਲਿਆ, ਉਹਨਾਂ ਨੇ ਬਹੁਤ ਤਰ੍ਹਾਂ ਦੀਆਂ ਇਦਾਂ ਦੀਆਂ ਚੀਜ਼ਾਂ ਬਣਾ ਲਈਆਂ ਤੁਹਾਡੇ ਸਾਹਮਣੇ ਲਿਆਣ ਕੇ। ਉਹਨਾਂ ਨੇ ਲਵ ਜਿਹਾਦ ਦੇ ਉੱਪਰ ਕਾਨੂੰਨ ਬਣਾਇਆ ਗਿਆ ਜੀ, ਕੀ ਇਹ ਕੀ ਦੂਸਰੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੈ? ਅੱਛਾ, ਕਿ ਇਕੱਲੇ ਮੁਸਲਿਮ ਦੇ ਜੀ ਮਬੀਨ ਜੀ ਤੁਸੀਂ ਸਮਝਦੇ ਹੋ ਕਿ ਮੁਸਲਿਮ ਦੇ ਖਿਲਾਫ ਹੀ ਬਿਲਕੁਲ ਡਿਸਕ੍ਰਿਮੀਨੇਸ਼ਨ ਹੈ? ਬਿਲਕੁਲ। ਤੁਸੀਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹੋ ਕਿ ਉਹਨਾਂ ਦਾ ਮੇਨ ਏਜੰਡਾ ਹੈਗਾ ਕਿ ਹਿੰਦੂ ਰਾਸ਼ਟਰ, ਇੱਕ ਰਾਸ਼ਟਰ, ਇੱਕ ਭਾਸ਼ਾ ਤੇ ਇੱਕ ਝੰਡਾ? ਜਦੋਂ ਔਰ ਤੁਸੀਂ ਇਹ ਗੱਲ ਕੀ ਤੁਸੀਂ ਮੰਨਦੇ ਹੋ ਕਿ ਉਹ ਵਾਕਈ ਆਪਣੇ ਏਜੰਡੇ ਨੂੰ ਲਗਾਤਾਰ ਵੱਧ ਰਹੇ ਨੇ ਔਰ ਬੜੀ ਦੂਰ ਤੱਕ ਜਾ ਪਹੁੰਚੇ ਹੋਏ ਆ? ਉਹ ਸਹਿਮਤ ਹੋ ਇਸ ਗੱਲ ਦੇ ਨਾਲ ਤੁਸੀਂ? ਜੋ ਹਾਲਾਤ ਇਸ ਟਾਈਮ ਨਜ਼ਰ ਆ ਰਹੇ ਨੇ, ਇੱਕ ਦੇਸ਼ ਇੱਕ ਵਿਧਾਨ,
ਹਾਂਜੀ। ਠੀਕ ਹੈ, ਉਹ ਉਸ ਹਿਸਾਬ ਨਾਲ ਤਾਂ ਇਹੀ ਮਹਿਸੂਸ ਹੋ ਰਿਹਾ ਕਿ ਤੁਸੀਂ ਉਸ ਪਾਸੇ ਨੂੰ ਹੀ ਤੁਰ ਰਹੇ ਹੋ। ਔਰ ਤੁਰ ਕੇ ਮੈਨੂੰ ਤਾਂ ਲੱਗਦਾ ਅਖੀਰਲੀ ਪੌੜੀ ਦੇ ਉੱਪਰ ਜਾ ਪਹੁੰਚਿਆ, ਬਸ ਇੱਕ ਕਦਮ ਹੋਰ ਛੱਤ ਦੇ ਉੱਪਰ ਰੱਖਣਾ ਬਾਕੀ ਰਹਿ ਗਿਆ। ਐਦਾਂ ਦੇ ਹਾਲਾਤਾਂ ਵਿੱਚ ਜੀ ਮੁਬੀਨ ਜੀ, ਐਦਾਂ ਦੇ ਜੀ ਹਾਲਾਤਾਂ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਪੂਰੇ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਸਾਰੀਆਂ ਰਲਾ ਲਓ ਤੁਸੀਂ, ਹਿੰਦੂ ਜੀ ਹਿੰਦੂ ਉਹਨਾਂ ਨੂੰ ਛੱਡ ਕੇ ਮੁਸਲਮਾਨ, ਸਿੱਖ, ਈਸਾਈ, ਦਲਿਤ, ਜੈਨੀ, ਬੋਧੀ, ਪਾਰਸੀ, ਸਾਰਿਆਂ ਨੂੰ ਤੁਸੀਂ ਰਲਾ ਲਓ, ਔਰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਰਲਾ ਮਿਲਾ ਕੇ ਗਿਣਤੀ ਤੇ ਤੁਹਾਡੀ ਸਾਡੀ ਸਾਰਿਆਂ ਦੀ ਜ਼ਿਆਦਾ ਬਣਦੀ ਹੈ, ਪਰ ਉਹ ਕੁਝ ਪਰਸੈਂਟ ਲੋਕ ਤੁਹਾਨੂੰ ਸਾਰਿਆਂ ਨੂੰ ਡਿਵਾਈਡ ਕਰਕੇ ਆਪਣੇ ਏਜੰਡੇ ਨੂੰ ਲਗਾਤਾਰ ਅੱਗੇ ਨੂੰ ਵਧਾ ਕੇ ਤੇ ਇਹਨੂੰ ਸਿਰੇ ਤੇ ਲੈ ਗਏ। ਉਹ ਏਦਾਂ ਹੀ ਹੋ ਗਿਆ ਨਾ ਜੀ, ਸਿਰੇ ਤੇ ਲੈ ਗਏ ਉਹ। ਐਦਾਂ ਦੇ ਹਾਲਾਤਾਂ ਵਿੱਚ ਤੁਹਾਨੂੰ ਲੱਗਦਾ ਕਿ ਇੱਕ ਕੋਡ ਲੈ ਕੇ ਆਉਂਦੇ ਆ, ਜਾਂ ਇੱਕ ਅੱਧੀ ਕੋਈ ਹੋਰ ਚੀਜ਼ ਹੌਲੀ ਹੌਲੀ ਕਰਕੇ ਲੈ ਆਉਂਦੇ ਆ, ਉਹਦਾ ਸਾਹਮਣਾ ਕਰਨਾ ਜ਼ਿਆਦਾ ਜ਼ਰੂਰੀ ਆ, ਜਾਂ ਤੁਹਾਨੂੰ ਸਿਰੇ ਦੀ ਕੋਈ ਗੱਲ ਕਰਨ ਦੀ ਜ਼ਰੂਰਤ ਆ? ਉਹਨਾਂ ਨੇ ਤਾਂ ਬਹੁਤ ਕੰਮ ਕਰ ਲਿਆ ਹੋਇਆ ਮੁਬੀਨ ਜੀ, ਬਹੁਤ ਕੰਮ ਕਰ ਲਿਆ ਹੋਇਆ। ਤੁਸੀਂ ਇੱਕ ਇੱਕ ਗੱਲ ਦਾ ਵਿਰੋਧ ਕਰਦੇ ਸਿਰਫ ਰਹਿ ਜਾਂਦੇ ਹੋ, ਪਰ ਉਹ ਤੁਹਾਡੇ ਵਿਰੋਧ ਦਾ ਕੋਈ ਅਸਰ ਨਹੀਂ ਹੁੰਦਾ ਹੈਗਾ। ਉਹ ਤੇ ਲੈ ਗਏ ਕਿਤੇ ਨਾ ਕਿਤੇ ਸਾਰਾ ਕੁਝ। ਜੀ, ਇਹਦੇ ਵਿੱਚ ਇਹੀ ਕਹਾਂਗਾ ਕਿ ਜਿਹੜੇ ਸਾਨੂੰ ਵੰਡਿਆ ਹੋਇਆ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਲੜਾ ਕੇ, ਇਹ ਗੱਲਾਂ ਖਤਮ ਹੋਣੀਆਂ ਚਾਹੀਦੀਆਂ ਨੇ। ਸਾਰੀਆਂ ਮਾਈਨੋਰਿਟੀਜ਼ ਨੂੰ ਸਮਝਣ ਦੀ ਲੋੜ ਆ, ਔਰ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ। ਕਿ ਅਗਰ ਆਵਾਜ਼ ਉਠਾਈ ਗਈ ਤਾਂ ਇਹ ਕੱਲਾ ਕਰਕੇ ਸਾਡਾ ਇੱਕ ਹੱਕ ਖੋ ਕੇ ਸਾਨੂੰ ਇੱਕ ਤਰੀਕੇ ਫੇਰ ਗੁਲਾਮੀ ਵਾਲੇ ਪਾਸੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਸਾਡੇ ਜੋ ਸੰਵਿਧਾਨ ਦੇ ਵਿੱਚ ਸਾਨੂੰ ਹੱਕ ਮਿਲੇ ਹੋਏ ਨੇ, ਇਕੁਐਲਿਟੀ ਬਿਫੋਰ ਲਾਅ, ਉਹਦੇ ਮੁਤਾਬਕ ਸਾਰੇ ਬਰਾਬਰ ਨੇ। ਔਰ ਜਿਹੜਾ ਸੈਕੂਲਰ ਇੱਥੇ ਸ਼ਬਦ ਜਿਹੜਾ ਵਰਤਿਆ ਸੈਕੂਲਰ ਹੈ, ਜਿਹੜਾ ਯੂਨੀਫਾਰਮ ਸਿਵਲ ਕੋਡ ਹੈ, ਇਹਦੇ ਵਿੱਚ ਇਹ ਮਗਰ ਜਿਸ ਤਰੀਕੇ ਦੇ ਨਾਲ ਗੱਲਾਂ ਆ ਰਹੀਆਂ ਨੇ ਸਾਹਮਣੇ, ਤਾਂ ਇਹ ਸੈਕੂਲਰ ਨਹੀਂ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ। ਇਹ ਇੱਕ ਖਾਸ ਧਰਮ ਦੀ ਡੋਮੀਨੇਸ਼ਨ ਉਹਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਕੋਡ ਇਹ ਲੈ ਕੇ ਆ ਰਹੇ ਨੇ। ਦੂਸਰੀ ਗੱਲ, ਇਹਨਾਂ ਨੇ ਇੱਕ ਹੋਰ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਹੈ। ਕਹਿੰਦੇ ਨੇ ਯੂਨੀਫਾਰਮ ਸਿਵਲ ਕੋਡ, ਯੂਨੀਫਾਰਮਿਟੀ ਔਰ ਕਾਮਨ ਸਿਵਲ ਕੋਡ ਦੇ ਵਿੱਚ ਫਰਕ ਹੈ। ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਇੱਕ ਸਾਰਤਾ, ਯਾਨੀ ਕਿ ਸਾਰਿਆਂ ਨੂੰ, ਅਗਰ ਕੋਈ ਆਪਣੇ ਧਰਮ ਦੇ ਮੁਤਾਬਕ ਉਹ ਕਰ ਰਿਹਾ ਤਾਂ ਉਹਨਾਂ ਨੂੰ, ਮਤਲਬ ਅਗਰ ਉਹਨਾਂ ਵਾਸਤੇ ਕਾਨੂੰਨ ਇੱਕ ਧਰਮ ਦੇ ਵਿੱਚ ਫੋਲੋ ਕੀਤਾ ਜਾ ਰਿਹਾ, ਵਿਆਹ ਸ਼ਾਦੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਆਹ ਰਾਈਟ ਮਿਲੇ ਹੋਏ ਨੇ, ਤਾਂ ਦੂਸਰੇ ਧਰਮ ਨੂੰ ਵੀ ਉਸ ਤਰੀਕੇ ਦੇ ਮਿਲਦੇ ਜੁਲਦੇ ਰਾਈਟ ਮਿਲਣੇ ਚਾਹੀਦੇ ਨੇ। ਉਹਦੇ ਵਿੱਚ ਅਗਰ ਤੁਸੀਂ ਰਿਫਾਰਮ ਯਾਨੀ ਕਿ ਕਰ ਸਕਦੇ ਹੋ, ਮਗਰ ਇਹ ਤਾਂ ਕੀ ਚਾਹੁੰਦੇ ਨੇ ਵੀ ਅਸੀਂ ਕਾਮਨ ਸਿਵਲ ਕੋਡ, ਇੱਕੋ ਹੀ ਯਾਨੀ ਕਿ ਸਿਵਲ ਕੋਡ ਸਾਰਿਆਂ ਤੇ ਲਾਗੂ ਕਰ। ਯੂਨੀਫਾਰਮਿਟੀ ਔਰ ਕਾਮਨ ਦੇ ਵਿੱਚ ਫਰਕ ਹੈ, ਇਹ ਉੱਥੇ ਵੀ ਸਾਨੂੰ ਮਿਸਲੀਡ ਕਰ ਰਹੇ ਨੇ। ਜਦਕਿ ਅਲੱਗ-ਅਲੱਗ ਕਾਨੂੰਨ ਬਣਾ ਕੇ ਵੀ ਜਿਨ੍ਹਾਂ ਦੇ ਪਰਸਨਲ ਲਾਅ ਜਿਹਦੇ ਨਾਲ ਇਫੈਕਟ ਨਾ ਹੋਣ, ਇਸ ਤਰੀਕੇ ਦੇ ਬਣਾ ਕੇ ਵੀ ਇੱਕ ਸਿਵਲ ਕੋਡ ਲਿਆਂਦਾ ਜਾ ਸਕਦਾ। ਮਗਰ ਜਿਸ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਤਾਂ ਇੱਕ ਖਾਸ ਧਰਮ ਦੀ ਜਿਹੜੀ ਵਿਚਾਰਧਾਰਾ ਉਹਦੀ ਡੋਮੀਨੇਸ਼ਨ ਉਹਦੇ ਵਿੱਚ ਨਜ਼ਰ ਆ ਰਹੀ ਹੈ ਕਿ ਜੋ ਯੂਨੀਫਾਰਮ ਸਿਵਲ ਕੋਡ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ। ਇਹਦੇ ਵਾਸਤੇ ਅਵੇਅਰ ਹੋਣ ਦੀ ਜ਼ਰੂਰਤ ਹੈ। ਸਾਰੀਆਂ ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠ ਕੇ ਇਹਦੇ ਵਾਸਤੇ ਕੀ ਕਰਨਾ ਚਾਹੀਦਾ। ਲਾਅ ਕਮਿਸ਼ਨ ਆਫ ਇੰਡੀਆ ਨੇ ਇਹਦੇ ਤੇ ਰਾਏ ਮੰਗੀ ਸੀਗੀ, ਔਰ ਉਹਨਾਂ ਦੀ ਸਾਈਟ ਦੇ ਉੱਪਰ ਜਾ ਕੇ ਯੂਨੀਫਾਰਮ ਸਿਵਲ ਕੋਡ ਲਿਖ ਲਓ, ਪਹਿਲਾਂ ਲਾਅ ਕਮਿਸ਼ਨ ਆਫ ਇੰਡੀਆ UCC ਲਿਖ ਲਓ, ਤਾਂ ਸਿੱਧਾ ਉੱਥੇ ਜਾ ਕੇ ਖੁੱਲੇਗੀ ਫਾਈਲ, ਔਰ ਉੱਥੇ ਜਾ ਕੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਤੁਸੀਂ ਇਹਨੂੰ ਚਾਹੁੰਦੇ ਹੋ ਜਾਂ ਨਹੀਂ। 10 ਤਰੀਕ ਤੱਕ 46 ਲੱਖ ਉੱਥੇ ਜਿਹੜੀ ਰਾਏ ਪਹੁੰਚ ਚੁੱਕੀ ਸੀਗੀ, 46 ਲੱਖ ਉਹਨਾਂ ਦਾ ਜਿਹੜਾ ਡਾਟਾ ਆਇਆ। ਔਰ ਉੱਥੇ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਅਸੀਂ ਫਿਲਹਾਲ ਵੱਧ ਤੋਂ ਵੱਧ ਜਿਹੜੇ ਘੱਟ ਗਿਣਤੀਆਂ ਅਸੀਂ ਲਿਖ ਕੇ ਭੇਜੀਏ ਕਿ ਸਾਨੂੰ ਯੂਨੀਫਾਰਮ ਸਿਵਲ ਕੋਡ ਦੀ ਲੋੜ ਨਹੀਂ ਹੈ। ਅਸੀਂ ਆਪਣੇ ਧਰਮ ਦੇ ਮੁਤਾਬਕ ਹੀ, ਆਪਣੇ ਨਿੱਜੀ ਕਾਨੂੰਨਾਂ ਦੇ ਮੁਤਾਬਕ ਹੀ, ਜਿਵੇਂ ਆਲਰੇਡੀ ਚੱਲਦਾ ਰਿਹਾ ਉਸੇ ਤਰੀਕੇ ਨਾਲ ਇੱਥੇ ਭਾਰਤ ਦੇ ਵਿੱਚ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ। ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਦਰਸ਼ਕੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦੇਣ ਦੀ ਕੋਸ਼ਿਸ਼ ਕਰੋ ਕਿ ਕੀ ਤੁਹਾਨੂੰ ਲੱਗਦਾ ਕਿ ਵਾਕਈ ਇਹ ਚੰਗੀ ਗੱਲ ਹੈਗੀ ਆ ਵੀ ਸਾਰਿਆਂ ਨੂੰ ਬਰਾਬਰਤਾ ਹੋਣੀ ਚਾਹੀਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਭਾਈ ਅਸੀਂ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਅਸੀਂ ਉਹਨਾਂ ਦੇ ਏਜੰਡੇ ਨੂੰ ਸਮਝਦੇ ਹਾਂ ਚੰਗੀ ਤਰ੍ਹਾਂ, ਜਿਹੜੇ ਬਰਾਬਰਤਾ ਲਿਆਉਣ ਦੀ ਸਿਰਫ ਗੱਲ ਕਰਦੇ ਆ ਪਰ ਉਹਨਾਂ ਦੇ ਇਰਾਦੇ ਬੜੇ ਖਤਰਨਾਕ ਨੇ। ਉਹ ਤੁਹਾਡੀ ਵੱਖਰੀ ਅੱਡਰੀ ਨਿਆਰੀ ਹੋਂਦ ਹਸਤੀ ਨੂੰ ਨਿਗਲ ਜਾਣਾ ਚਾਹੁੰਦੇ ਆ, ਉਹ ਤੁਹਾਡੀ ਹੋਂਦ ਨੂੰ ਖਤਮ ਕਰ ਦੇਣਾ ਚਾਹੁੰਦੇ ਆ, ਤੁਹਾਨੂੰ ਇੱਕੋ ਹੀ ਰੱਸੇ ਬੰਨਣਾ ਚਾਹੁੰਦੇ ਆ ਕਿ ਤੁਸੀਂ ਪਾਰਟ ਆਫ ਹਿੰਦੂ ਹੋ, ਕਿ ਤੁਸੀਂ ਹਿੰਦੂਆਂ ਦਾ ਹੀ ਇੱਕ ਹਿੱਸਾ ਹੋ, ਔਰ ਹਿੰਦੂ ਰਾਸ਼ਟਰ ਬਣਾ ਦੇਣਾ ਚਾਹੁੰਦੇ ਆ। ਕੀ ਤੁਸੀਂ ਉਹਨਾਂ ਦੇ ਇਸ ਏਜੰਡੇ ਨੂੰ ਸਮਝਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਮੋਦੀ ਸਾਹਿਬ ਬਹੁਤ ਚੰਗਾ ਕਰ ਰਹੇ ਹੈਗੇ, ਬਰਾਬਰਤਾ ਹੀ ਲਿਆ ਰਹੇ ਨੇ? ਕੀ ਸਮਝਦੇ ਹੋ ਤੁਸੀਂ? ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ। ਮੁਬੀਨ ਜੀ, ਸਿੱਖ ਤਾਂ ਇਹ ਸੋਚਦੇ ਆ ਕਿ ਸਾਡਾ
ਪੰਜਾਬ ਦੀ ਇਸ ਧਰਤੀ ਦੇ ਉੱਪਰ ਕਦੀ ਰਾਜ ਹੁੰਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਸ਼ੇਰੇ ਪੰਜਾਬ ਵਾਲਾ ਰਾਜ ਹੈ ਨਾ ਜੀ, ਖਾਲਸਾ ਰਾਜ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਵੀ ਸਾਨੂੰ ਤਾਂ ਉਹ ਚਾਹੀਦਾ ਹੈਗਾ। ਅਸੀਂ ਤਾਂ ਉਹਦੀ ਮੁੜ ਬਹਾਲੀ ਵਾਸਤੇ ਜਦੋਜਹਿਦ ਕਰ ਰਹੇ ਹਾਂ। ਸਾਡੇ ਵੱਲੋਂ ਸਿਵਲ ਕੋਡ ਲੈ ਕੇ ਆਉਣ, ਯੂਨੀਫਾਰਮ ਸਿਵਲ ਕੋਡ, ਸਾਡੇ ਵੱਲੋਂ ਜੋ ਮਰਜ਼ੀ ਕਰਨ, ਅਸੀਂ ਆਪਣਾ ਕੀਮਤੀ ਸਮਾਂ ਉਧਰ ਵੇਸਟ ਨਹੀਂ ਕਰਨਾ। ਅਸੀਂ ਤੇ ਆਪਣੇ ਰਾਜ ਭਾਗ ਦੀ ਮੁੜ ਬਹਾਲੀ ਵਾਸਤੇ ਜਦੋਜਹਿਦ ਕਰਨ ਵਿੱਚ ਹੀ ਆਪਣਾ ਸਮਾਂ ਲਾਉਣਾ ਚਾਹੁੰਦੇ ਆ। ਸਿੱਖ ਤੇ ਬਹੁਤੇ ਇਦਾਂ ਸੋਚਦੇ ਹੈਗੇ ਆ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਤੁਹਾਡੇ ਕੀ ਵਿਚਾਰ ਹੈਗੇ ਨੇ। ਕੀ ਤੁਹਾਨੂੰ ਲੱਗਦਾ ਕਿ ਦੇਸ਼ ਦਾ ਢਾਂਚਾ ਜਿਹਨੂੰ ਉਹ ਨੇਸਤੋ ਨਾਬੂਦ ਕਰ ਰਹੇ ਨੇ ਬੀਜੇਪੀ RSS ਵਾਲੇ, ਤੁਹਾਨੂੰ ਲੱਗਦਾ ਕਿ ਸੰਵਿਧਾਨ ਨੂੰ ਬਚਾਇਆ ਜਾ ਸਕਦਾ ਹੈ, ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਸੰਘਰਸ਼ ਇਧਰਲੇ ਬੰਨੇ ਹੀ ਕਰਨਾ ਚਾਹੀਦਾ ਕਿ ਆਪਾਂ ਆਪਣੇ ਇਸ ਮੁਲਕ ਨੂੰ ਬਚਾ ਲਈਏ, ਅਸੀਂ ਇਸ ਦੇਸ਼ ਨੂੰ ਬਚਾ ਲਈਏ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਜਿੱਦਾਂ ਸਿੱਖ ਸੋਚਦੇ ਆ ਵੀ ਉਹਨਾਂ ਦਾ ਸੋਚਣਾ ਵਾਜਬ ਹੈ? ਦੇਖੋ, ਜੋ ਸਿੱਖ ਕੌਮ ਦੀ ਸੋਚ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਰਾਜ ਸੁਣਿਆ ਹੁਣ ਤੱਕ, ਤਾਂ ਉੱਥੇ ਧਾਰਮਿਕ ਹਰ ਬੰਦੇ ਨੂੰ ਆਜ਼ਾਦੀ ਸੀਗੀ ਆਪਣੇ, ਜੋ ਹੁਣ ਵੀ ਸਾਨੂੰ ਜੋ ਜਿਵੇਂ ਆਰਟੀਕਲ 25, 26, 29 ਦੇ ਵਿੱਚ ਹੈ ਕਿ ਆਪਣੀ ਧਰਮ ਦੇ ਹਿਸਾਬ ਨਾਲ, ਠੀਕ ਹੈ, ਪ੍ਰੈਕਟਿਸ ਕਰ ਸਕਦੇ ਹਾਂ ਅਸੀਂ ਉਹਨੂੰ, ਉਹਦੇ ਹਿਸਾਬ ਨਾਲ ਅਸੀਂ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਆਪਣੇ ਮਾਮਲਾਤ ਉਹਦੇ ਹਿਸਾਬ ਨਾਲ ਹੱਲ ਕਰ ਸਕਦੇ ਹਾਂ। ਇਸ ਤਰੀਕੇ ਦੀ ਆਜ਼ਾਦੀ ਉਸ ਟਾਈਮ ਵੀ ਸੀ, ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜਾਂਦੀ ਸੀ। ਤਾਂ ਐਸਾ ਰਾਜ ਹਰ ਧਰਮ ਦਾ ਬੰਦਾ ਉਹਨੂੰ ਐਕਸੈਪਟ ਕਰਦਾ ਕਿ ਹਾਂ, ਕਿ ਜਿੱਥੇ ਸਾਰਿਆਂ ਨੂੰ ਆਪਣੇ ਘੱਟੋ ਘੱਟ, ਦੇਖੋ ਹਰ ਬੰਦੇ ਦੀ ਆਪਣੀ ਇੱਕ ਸ਼ਰਧਾ ਹੁੰਦੀ ਹੈ, ਆਪਣੇ ਧਰਮ ਦੇ ਮੁਤਾਬਕ ਆਪਣੇ ਉਹਦੇ ਲਗਾਓ ਹੁੰਦਾ, ਉਹਦਾ ਜੋ ਜੁੜਾਓ ਹੁੰਦਾ। ਉੱਥੇ ਆ ਕੇ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜੋ ਨਾਕਾਬਿਲੇ ਬਰਦਾਸ਼ਤ ਹੁੰਦੀਆਂ ਨੇ। ਜਦੋਂ ਉਸ ਚੀਜ਼ ਦੇ ਉੱਪਰ ਆ ਕੇ ਹਮਲਾ ਹੁੰਦਾ ਤਾਂ ਬੰਦਾ ਫਿਰ ਬਹੁਤ ਯਾਨੀ ਕਿ ਜ਼ਿਆਦਾ ਹਰਟ ਹੁੰਦਾ, ਔਰ ਉੱਥੋਂ ਉਹ ਕਿਸੇ ਵੀ ਹੱਦ ਤੱਕ ਜਾਂਦਾ ਬੰਦਾ। ਬਗਾਵਤ, ਹਾਂਜੀ। ਹਾਂ, ਜਦੋਂ ਤੁਸੀਂ ਕਿਸੇ ਦੀ ਧਾਰਮਿਕ ਆਜ਼ਾਦੀ ਦੇ ਉੱਪਰ ਅਟੈਕ ਕਰਦੇ ਹੋ, ਜਿਵੇਂ ਵੀ ਅੱਜ ਤੱਕ ਕਿਸੇ ਵੀ ਰਾਜੇ ਨੇ ਅੱਜ ਤੱਕ ਕਿਸੇ ਦੀ ਧਾਰਮਿਕ ਆਜ਼ਾਦੀ ਤੇ ਅਟੈਕ ਕੀਤਾ, ਤਾਂ ਉਹਨੂੰ ਇਤਿਹਾਸ ਨੇ ਕਾਲੇ ਅੱਖਰਾਂ ਦੇ ਵਿੱਚ ਹੀ ਉਹਦਾ ਨਾਮ, ਉਹਨੂੰ ਬੁਰੀ ਨਜ਼ਰ ਨਾਲ ਹੀ ਦੇਖਿਆ ਗਿਆ, ਉਹਨੂੰ ਕੋਈ ਚੰਗਾ ਨਹੀਂ ਸਮਝਦਾ ਹੈ। ਔਰ ਅੱਜ ਦੇ ਜੋ ਹਾਲਾਤ ਚੱਲ ਰਹੇ ਨੇ ਉਹ ਵੀ ਇਸ ਤਰੀਕੇ ਦੇ ਨਾਲ ਹੀ ਸਾਡੇ ਧਾਰਮਿਕ ਆਜ਼ਾਦੀ ਦੇ ਉੱਪਰ ਜੋ ਹਮਲੇ ਹੋ ਰਹੇ ਨੇ। ਤਾਂ ਮੈਂ ਇਹੀ ਸਰਕਾਰ ਨੂੰ ਵੀ ਇਹੀ ਗੁਜ਼ਾਰਿਸ਼ ਕਰਦਾ ਕਿ ਤੁਸੀਂ ਆਪਣਾ ਨਾਮ ਉੱਥੇ ਕਿਤੇ ਇਤਿਹਾਸ ਦੇ ਐਸੇ ਪੰਨਿਆਂ ਦੇ ਵਿੱਚ ਨਾ ਲਿਖਾ ਲਿਓ ਕਿ ਤੁਹਾਨੂੰ ਵੀ ਲੋਕ ਯਾਦ ਕਰਕੇ ਕਿ ਹਾਂ ਜੀ, ਇਹਨਾਂ ਦੇ ਰਾਜ ਦੇ ਵਿੱਚ ਲੋਕਾਂ ਦੇ ਧਾਰਮਿਕ ਆਜ਼ਾਦੀ ਦੇ ਉੱਪਰ ਹਮਲੇ ਹੋਏ ਸੀਗੇ। ਇਸ ਤਰੀਕੇ ਦਾ ਕੋਈ ਆਪਣਾ ਇਤਿਹਾਸ ਨਾ ਤੁਸੀਂ ਸਿਰਜ ਲਿਓ। ਪਰ ਉਹ ਤੇ ਸਿਰਜ ਲਿਆ, ਇਸ ਲਈ ਮੇਰੀ ਉਸ ਪਾਸੇ ਨੂੰ ਤੁਰ ਰਹੇ ਨੇ, ਉਹਨਾਂ ਦੇ ਕੀ ਏਜੰਡੇ ਨੇ ਜਾਂ ਕਿਸ ਲਈ ਆਏ ਨੇ, ਤਾਂ ਹੁਣ ਦੇਖੋ ਉਹਨਾਂ ਨੂੰ ਜ਼ਿਆਦਾ ਪਤਾ। ਤੁਸੀਂ ਪਿੱਛੇ ਝਾਤ ਨਹੀਂ, ਉਹਨਾਂ ਨੂੰ ਜ਼ਿਆਦਾ ਪਤਾ ਨਹੀਂ। ਤੁਸੀਂ ਆਪਾਂ ਦੇਖੋ, ਦੇਖ ਸਕਦੇ ਆਪਾਂ ਪਿੱਛੇ ਨਜ਼ਰ ਮਾਰ ਕੇ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ, ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹੋ। ਪੰਜਾਬੀ ਸੂਬਾ ਲੈਣ ਦੇ ਵਾਸਤੇ ਤੁਹਾਨੂੰ ਜਦੋਜਹਿਦ ਕਰਨੀ ਪੈਂਦੀ ਹੈ। 1978 1984 ਹੰਡਾਉਂਦੇ ਹੋ ਤੁਸੀਂ, ਨਵੰਬਰ 1984 ਹੰਡਾਉਂਦੇ ਹੋ ਤੁਸੀਂ। ਉਸ ਤੋਂ ਬਾਅਦ ਫੇਕ ਐਨਕਾਊਂਟਰ, ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਪਈ ਇਹਨਾਂ ਨੂੰ ਆਪਾਂ, ਇਹਨਾਂ ਦੀ ਨਸਲਕੁਸ਼ੀ ਕਰ ਦੇਣੀ। ਮੈਂ ਸਿੱਖ ਕੌਮ ਦੀ ਗੱਲ ਕਰਦਾ, ਮੁਸਲਮਾਨਾਂ ਦੇ ਨਾਲ ਵੀ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ। ਉਦੋਂ ਇਹ ਮੁੱਖ ਮੰਤਰੀ ਹੁੰਦੇ ਆ ਨਰਿੰਦਰ ਮੋਦੀ ਹੋਰੇ ਉੱਥੋਂ ਦੇ, ਉਹ ਵੀ ਸਾਨੂੰ ਸਾਰਾ ਕੁਝ ਚੇਤੇ ਆ ਨਾ ਜੀ। ਆਪਾਂ ਸਾਰਾ ਕੁਝ ਦੇਖਦੇ ਆ। ਤੁਹਾਨੂੰ ਲੱਗਦਾ ਇਦਾਂ ਵੀ ਤੁਸੀਂ ਦੇਖੋ, ਜਿਵੇਂ ਕਹਿ ਕੇ ਹਟਿਓ ਕਿ ਕਿਤੇ ਉਹ ਨਾਮ ਨਾ ਲਿਖਵਾ ਲੈਣ, ਮੈਨੂੰ ਤੇ ਲੱਗਦਾ ਉਹਨਾਂ ਨੇ ਨਾਮ ਲਿਖਵਾ ਕੇ ਹੀ ਤੁਰੇ, ਆਪੇ ਹੀ ਲਿਖ ਕੇ ਤੁਰੇ ਕਿ ਅਸੀਂ ਆਹ ਹੈਗੇ ਆ ਔਰ ਅਸੀਂ ਆਹ ਕਰਨਾ ਹੈਗਾ। ਹੁਣ ਵੀ ਤੁਸੀਂ ਦੇਖੋ ਆਏ ਦਿਨ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਔਰ ਤੁਸੀਂ ਦੇਖੋ ਉਹਨਾਂ ਦਾ ਮੀਡੀਆ ਦੇ ਰਾਹੀਂ ਜਿਸ ਤਰੀਕੇ ਦਾ ਉਹਨਾਂ ਦਾ ਪ੍ਰਚਾਰ ਹੁੰਦਾ ਹੈਗਾ, ਜਿਸ ਕਿਸਮ ਦੀਆਂ ਉਹਨਾਂ ਦੀਆਂ ਹੇਟ ਸਪੀਚਸ ਹੁੰਦੀਆਂ ਨੇ, ਮੁਸਲਮਾਨਾਂ ਨੂੰ ਮਾਰੋ, ਸਿੱਖਾਂ ਨੂੰ ਮਾਰੋ, 2% ਸਿੱਖ ਨੇ ਉਹਨਾਂ ਨੂੰ ਕੁਚਲ ਕੇ ਰੱਖ ਦਿਓ, ਬੋਲ ਜੈ ਸ਼੍ਰੀ ਰਾਮ ਧੱਕੇ ਦੇ ਨਾਲ ਬੁਲਵਾਇਆ ਜਾਂਦਾ। ਆਪੇ ਵੀਡੀਓ ਬਣਾਉਂਦੇ ਆ, ਫਿਰ ਆਪੇ ਹੀ ਵੀਡੀਓ ਵਾਇਰਲ ਵੀ ਕਰਦੇ ਆ। ਆ ਅੰਸਾਰੀ ਜੀ ਵਾਲਾ ਮਸਲਾ ਤੁਸੀਂ ਦੇਖੋ, ਆ ਪਿੱਛੇ ਜਾਏ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਆ ਪਿੱਛੇ ਥੋੜੇ ਦਿਨ ਪਹਿਲਾਂ ਹੀ ਸਜ਼ਾ ਹੋਈ ਹੈਗੀ ਆ, ਔਰ ਜਿਨ੍ਹਾਂ ਨੂੰ ਸਜ਼ਾ ਹੋਈ ਹੈਗੀ ਆ ਉਹ ਪਾਰਟ ਆਫ ਉਹ ਨਹੀਂ ਸੀਗੇ, ਨਾ ਸ਼ਿਵ ਸੈਨਾ ਦੇ ਸੀਗੇ, ਨਾ ਉਹਨਾਂ ਦੀਆਂ ਬੋਲੀਆਂ ਹੋਈਆਂ ਹੇਟ ਸਪੀਚਾਂ ਦਾ ਅਸਰ ਉਹਨਾਂ ਨੌਜਵਾਨਾਂ ਦੇ ਉੱਪਰ ਇੰਨਾ ਜ਼ਿਆਦਾ ਹੋਇਆ ਸੀਗਾ ਕਿ ਉਹਨਾਂ ਨੇ ਉਹ ਮੁਸਲਮਾਨ ਨੌਜਵਾਨ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਤੁਸੀਂ ਦੇਖੋ ਨਾ ਜੀ। ਸੋ ਉਹ ਤੇ ਨਾਮ ਆਪਣਾ ਲਿਖਵਾ ਰਹੇ ਆ। ਹਕੂਮਤਾਂ ਉਹਨਾਂ ਦੀ ਪੁਸਤ ਪਨਾਹੀ ਕਰਦੀਆਂ ਨੇ, ਜਿਹੜੀਆਂ ਘੱਟ ਗਿਣਤੀ ਕੌਮਾਂ ਦੀਆਂ ਨਸਲਕੁਸ਼ੀ ਕਰਨ ਵਾਸਤੇ ਜਿਹੜੀਆਂ ਧਿਰਾਂ ਮੋਹਰੇ ਆਉਂਦੀਆਂ ਨੇ, ਜਿਹੜੇ ਸ਼ਖਸ ਮੋਹਰੇ ਆਉਂਦੇ ਆ। 39 ਮੁਬੀਨ ਜੀ, ਮੈਂ ਤੇ ਹੈਰਾਨ ਹੁੰਦਾ, ਤੁਸੀਂ ਵਕੀਲ ਹੋ, ਮੈਨੂੰ ਲੱਗਦਾ ਕਿ ਤੁਸੀਂ ਵੀ ਸ਼ਾਇਦ ਹੈਰਾਨ ਹੋ ਜਾਓਗੇ ਕਿ ਕਿਹੜੇ ਮੁਲਕ 'ਚ ਆਪਾਂ ਰਹਿ ਰਹੇ ਹੈਗੇ। ਮਤਲਬ ਜਿਹੜਾ ਚਲਾਨ ਹੈਗਾ 39 ਵਰ੍ਹਿਆਂ ਬਾਅਦ ਪੇਸ਼ ਹੋ ਰਿਹਾ ਕੋਰਟ ਦੇ ਵਿੱਚ। ਨਵੰਬਰ 1984 ਦਾ ਦੋਸ਼ੀ ਜਗਦੀਸ਼ ਟਾਈਟਲਰ ਦੀ ਮੈਂ ਗੱਲ ਕਰ ਰਿਹਾ। 39 ਵਰ੍ਹਿਆਂ ਬਾਅਦ ਚਲਾਨ ਪੇਸ਼ ਹੋ ਰਿਹਾ, ਹਲੇ ਕੇਸ ਚੱਲੂਗਾ, ਫਿਰ ਉੱਪਰ ਦੀ ਅਦਾਲਤ ਪਈ ਹੈਗੀ, ਜਦੋਂ ਸਜ਼ਾ ਹੋਊਗੀ ਜਾਂ ਨਹੀਂ ਹੋਊਗੀ ਤਦ ਤੱਕ ਅਗਲੇ ਨੇ ਆਪਣੀ ਜ਼ਿੰਦਗੀ ਭੋਗ ਕੇ ਚੱਲ ਜਾਣਾ। ਮਿਮੀ ਜੀ, ਮੈਂ ਲੰਮੀ ਚੌੜੀ ਗੱਲ ਇਸ ਕਰਕੇ ਕੀਤੀ ਹੈਗੀ ਆ ਕਿਉਂਕਿ ਤੁਸੀਂ ਦੇਖੋ ਉਹਨਾਂ ਦੇ ਏਜੰਡੇ ਕਲੀਅਰ ਨੇ। ਸਿਰਫ
ਜੀ ਉਹਨਾਂ ਨੇ ਇਹ ਨਹੀਂ ਹੈਗਾ, ਉਹ ਤੇ ਦੱਸ ਵੀ ਰਹੇ ਆ ਬਕਾਇਦਾ, ਉਹਨਾਂ ਨੇ ਸਾਰਾ ਕੁਝ ਕਰਕੇ ਵੀ ਦਿਖਾਤਾ, ਉਹਨਾਂ ਨੇ ਤੁਹਾਡਾ ਕਤਲੇਆਮ ਕਰਕੇ ਵੀ ਉਹਨਾਂ ਨੇ ਦਿਖਾਤਾ ਸਾਰਾ ਕੁਝ। ਮੈਂ ਤੁਹਾਡੇ ਕੋਲ ਸਿਰਫ ਇਹ ਜੀ ਜਾਣਨਾ ਚਾਹੁੰਦਾ ਕਿ ਕੀ ਇੰਨਾ ਕੁਝ ਝੱਲਣ ਤੋਂ ਬਾਅਦ ਵੀ ਤੁਸੀਂ ਇਹ ਚਾਹੁੰਦੇ ਹੋ ਕਿ ਆਪਾਂ ਇਸ ਸਿਸਟਮ ਨੂੰ ਠੀਕ ਕਰ ਸਕਦੇ ਹਾਂ, ਜਾਂ ਸਾਨੂੰ ਇਕੱਠੇ ਹੋ ਕੇ ਇਹਨੂੰ ਠੀਕ ਕਰਨਾ ਚਾਹੀਦਾ, ਜਾਂ ਸਾਨੂੰ ਸਿੱਖਾਂ ਦੇ ਨਾਲ ਤੁਰਨਾ ਚਾਹੀਦਾ ਉਹੀ ਰਾਜ ਭਾਗ ਦੀ ਮੁੜ ਬਹਾਲੀ ਵਾਸਤੇ ਜਿਹਦੀ ਹੁਣੇ ਤੁਸੀਂ ਤਾਰੀਫ ਕਰਕੇ ਹਟਿਓ, ਜਾਂ ਉਧਰ ਨੂੰ ਵਧਣਾ ਚਾਹੀਦਾ? ਜੀ ਜੀ ਤੁਸੀਂ ਆਪ ਹੀ ਇਹ ਗੱਲ ਹੁਣ ਕਹੀ ਹੈ ਕਿ ਅਸੀਂ ਇੰਨਾ ਕੁਝ ਹੰਢਾ ਕੇ ਵੀ ਅਗਰ ਸਾਨੂੰ ਅਗਰ ਘੱਟ ਗਿਣਤੀਆਂ ਨੂੰ ਅਕਲ ਨਾ ਆਈ, ਮੈਂ ਵਰਡ ਇਹ ਯੂਜ਼ ਕਰੂੰਗਾ ਕਿ ਅਗਰ ਸਾਨੂੰ ਅਕਲ ਨਾ ਆਈ ਜੀ ਤਾਂ ਫਿਰ ਸਾਨੂੰ ਇੱਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਇਸ ਲਈ ਇਹ ਅਸੀਂ ਕੀ ਕਰਦੇ ਹਾਂ, ਅੱਜ ਕੱਲ ਮੈਂ ਜੋ ਦੇਖਿਆ ਫਿਲਹਾਲ ਜਿਹੜੇ ਵਿਚਾਰਕ ਵੀ ਨੇ, ਅਸੀਂ ਸੋਸ਼ਲ ਮੀਡੀਆ ਤੱਕ ਮਹਿਦੂਦ ਰਹਿ ਗਏ ਸਿਰਫ। ਹਾਂਜੀ ਹਾਂਜੀ ਕੋਈ ਇਹਦੇ ਤੇ ਐਫਰਟ ਗਰਾਊਂਡ ਲੈਵਲ ਤੇ ਨਹੀਂ ਕਰ ਰਿਹਾ ਕਿ ਅਸੀਂ ਬੈਠੀਏ ਇਹਦੇ ਵਾਸਤੇ ਵਿਚਾਰਾਂ ਕਰੀਏ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ, ਕੀ ਇਹਦੇ ਵਾਸਤੇ ਠੀਕ ਹੈ ਅਸੀਂ ਕਦਮ ਚੱਕ ਸਕਦੇ ਹਾਂ ਜੋ ਸੰਵਿਧਾਨਕ ਤੌਰ ਦੇ ਉੱਪਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਕੀ ਕਰ ਸਕਦੇ ਹਾਂ, ਉਹਦੇ ਬਾਰੇ ਨਹੀਂ ਅਸੀਂ ਸੋਚ ਵਿਚਾਰਾਂ ਕਰਦੇ ਹੈਗੇ। ਸਾਨੂੰ ਇਹਦੇ ਬਾਰੇ ਸੋਚ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ, ਠੀਕ ਹੈ। ਬਾਕੀ ਜਿਹੜਾ ਤੁਸੀਂ ਕਹਿੰਦੇ 39 ਸਾਲ ਬਾਅਦ ਜਿਹੜਾ ਚਲਾਨ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜਸਟਿਸ ਜੇ ਡਿਲੇ ਹੋਇਆ ਤਾਂ ਉਹ ਨਾ ਮਿਲੇ ਬਰਾਬਰ ਹੀ ਹੈ, ਉਹ ਸਮਝ ਲਓ ਤੁਹਾਨੂੰ ਇਨਸਾਫ ਮਿਲੇ ਹੀ ਨਹੀਂ। ਹੁਣ ਇੰਨੇ ਸਾਲਾਂ ਬਾਅਦ ਜਦੋਂ ਬੰਦਾ ਆਪਣੀ ਸਾਰੀ ਉਮਰ ਭੋਗ ਲਈ ਉਹਨੇ, ਉਹਦੇ ਬਾਅਦ ਹੁਣ ਜੇ ਚੱਕ ਕੇ ਜੇ ਕਿਤੇ ਆਖਰੀ ਟਾਈਮ ਦੇ ਵਿੱਚ 80 ਸਾਲਾਂ ਦੇ ਨੂੰ ਚੱਕ ਕੇ ਜੇ ਜੇਲ੍ਹ ਦੇ ਵਿੱਚ 1 ਸਾਲ 2 ਸਾਲ ਵਾਸਤੇ ਉੱਥੇ ਮਰ ਜਾਵੇ ਤਾਂ ਉਹ ਕੀ ਤੁਹਾਨੂੰ ਇਨਸਾਫ ਮਿਲਿਆ? ਉਹਨੇ ਸਾਰੀ ਜ਼ਿੰਦਗੀ ਤੇ ਐਸ਼ ਕਰ ਲਈ। ਵਜ਼ੀਰੀਆਂ ਵੀ ਭੋਗ ਗਿਆ, ਹਾਂਜੀ ਵਜ਼ੀਰੀਆਂ ਵੀ ਜੀ ਭੋਗ ਗਿਆ, ਮਾਨ ਲਈ ਸਿਆਸੀ ਬਿਲਕੁਲ ਪਾਰਟੀ ਨੇ ਸਹੀ। ਟਿਕਟ ਦੇ ਕੇ ਨਵਾਜਿਆ ਸੀਗਾ, ਵਜ਼ੀਰੀਆਂ ਵੀ ਭੋਗ ਗਿਆ ਉਹ ਤਾਂ। ਇੱਥੇ ਅਸਲ ਦੇ ਤਕਲੀਫ ਇਸ ਚੀਜ਼ ਦੀ ਨਹੀਂ ਹੁੰਦੀ ਹੈ, ਤਕਲੀਫ ਇਸ ਚੀਜ਼ ਦੀ ਸਾਨੂੰ ਜ਼ਿਆਦਾ ਹੈ ਕਿ ਜਿਹੜੇ ਲੋਕ ਇਸ ਤਰੀਕੇ ਦਾ ਕੰਮ ਕਰਦੇ ਨੇ, ਤੁਸੀਂ ਟਾਈਟਲਰ ਦੀ ਉਹ ਦਿੱਤੀ ਹੈ ਮਿਸਾਲ ਕਿ ਉਹਨੂੰ ਮਿਨਿਸਟਰੀਆਂ ਮਿਲੀਆਂ ਜਾਂ ਕਮਲਨਾਥ ਨੂੰ ਉੱਥੇ ਜਾ ਕੇ ਚੀਫ ਮਿਨਿਸਟਰ ਬਣਾਤਾ, ਠੀਕ ਹੈ। ਤੁਸੀਂ ਤਾਂ ਇਹ ਤਾਂ ਚੀਫ ਮਿਨਿਸਟਰ ਮਿਨਿਸਟਰੀਆਂ ਮਿਲੀਆਂ, ਜਿਹੜੇ ਗੋਆ ਦੇ ਗੁਜਰਾਤ ਦੇ ਵਿੱਚ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹਾਂਜੀ ਜਿਨ੍ਹਾਂ ਦੇ ਰਾਜ ਦੇ ਵਿੱਚ ਉਹਨਾਂ ਨੂੰ ਕਿੱਡਾ ਬੜਾ ਇਨਾਮ ਮਿਲਿਆ, ਉਹਨਾਂ ਨੂੰ ਤਾਂ ਤੁਸੀਂ ਦੇਖੋ ਕਿ ਪ੍ਰਾਈਮ ਮਿਨਿਸਟਰ ਹੀ ਬਣਾਇਆ ਹੈ, ਠੀਕ ਹੈ, ਉਹਨਾਂ ਨੂੰ ਸਭ ਤੋਂ ਬੜਾ ਇਨਾਮ ਮਿਲਿਆ ਹੋਇਆ। ਤਾਂ ਅਸਲ ਦੇ ਵਿੱਚ ਤਾਂ ਇਹੀ ਹੈ ਕਿ ਜਿਨ੍ਹਾਂ ਦੇ ਉੱਪਰ ਐਸਾ ਕੋਈ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਰਿਸਪੌਂਸਿਬਿਲਿਟੀ ਨਹੀਂ ਸਹੀ ਤਰੀਕੇ ਨਾਲ ਨਿਭਾਈ ਔਰ ਇੱਕ ਤਰਫਾ ਕਾਰਵਾਈ ਕਰਕੇ ਦੂਸਰੀ ਕਮਿਊਨਿਟੀ ਦਾ ਨੁਕਸਾਨ ਕੀਤਾ, ਤਾਂ ਉੱਥੇ ਜਿੱਥੇ ਉਹਨਾਂ ਨੂੰ ਇਨਾਮਾਤ ਨਾਲ ਨਵਾਜ਼ਿਆ ਜਾਂਦਾ, ਇੱਥੋਂ ਜ਼ਿਆਦਾ ਦੁੱਖ ਹੁੰਦਾ। ਉਹ ਜ਼ਖਮਾਂ ਦੇ ਉੱਪਰ ਨਮਕ ਛਿੜਕਣ ਵਾਲੀ ਗੱਲ ਹੁੰਦੀ ਹੈ। ਇਸ ਲਈ ਸਾਨੂੰ ਇਹਦੇ ਬਾਰੇ ਜੋ ਸਾਨੂੰ ਸੰਵਿਧਾਨਕ ਹੱਕ ਮਿਲੇ ਹੋਏ ਨੇ, ਘੱਟੋ ਘੱਟ ਅਸੀਂ ਉਹਦੇ ਮੁਤਾਬਕ ਰਹਿੰਦੇ ਹੋਏ, ਉਹਦੇ ਵਿੱਚ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ, ਅਸੀਂ ਕੀ ਫਿਲਹਾਲ ਕਰ ਸਕਦੇ ਹਾਂ, ਕੀ ਸਾਡੇ ਕੋਲ ਰੈਮਡੀਜ਼ ਨੇ, ਉਹਦੇ ਵਾਸਤੇ ਸਾਨੂੰ ਸਾਰੀਆਂ ਘੱਟ ਗਿਣਤੀਆਂ ਨੂੰ ਬੈਠ ਕੇ ਵਿਚਾਰਨ ਦੀ ਜ਼ਰੂਰਤ ਹੈ। ਮੈਂ ਮਲੇਰਕੋਟਲਾ ਤੋਂ ਮੁਬੀਨ ਫਾਰੂਕੀ, ਮੈਨੂੰ ਜਦੋਂ ਵੀ ਕੋਈ ਅਗਰ ਐਸਾ ਕੋਈ ਉਹ ਹੁੰਦਾ ਤਾਂ ਜਦੋਂ ਵੀ ਮੈਨੂੰ ਕਦੇ ਕੋਈ ਤੁਸੀਂ ਬੁਲਾਓਗੇ ਤਾਂ ਇਨਸ਼ਾਅੱਲਾ ਜਿੱਥੇ ਵੀ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਉੱਥੇ ਪਹੁੰਚਣ ਦੀ ਵੀ, ਔਰ ਜੋ ਮੇਰੇ ਜੋ ਕਰ ਸਕਿਆ ਮੈਂ ਆਪਣੇ ਤੌਰ ਦੇ ਉੱਪਰ ਆਪਣੀ ਇਹਦੇ ਵਿੱਚ ਹੰਬਲਾ ਮਾਰ ਸਕਿਆ ਤਾਂ ਜ਼ਰੂਰ ਉਹ ਹੰਬਲਾ ਵੀ ਮਾਰਾਂਗੇ। ਜ਼ਰੂਰ ਮੁਬੀਨ ਜੀ, ਉਹ ਲੋਕ ਜਿਹੜੇ ਲੋਕ ਇਸ ਗੱਲ ਤੇ ਖੁਸ਼ ਹੁੰਦੇ ਆ ਕਿ ਸਰਕਾਰ ਜੋ ਕਰ ਰਹੀ ਹੈ, ਹਿੰਦੂ ਰਾਸ਼ਟਰ ਸਿਰਜ ਰਹੀ ਹੈ, ਵੀ ਸਾਨੂੰ ਬਹੁਤ ਵਧੀਆ ਲੱਗਦਾ, ਜਿਹੜੇ ਇਸ ਗੱਲ ਤੇ ਖੁਸ਼ ਹੁੰਦੇ ਆ ਕਿ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਹੁੰਦਾ, ਜਿਹੜੇ ਇਸ ਗੱਲ ਤੋਂ ਖੁਸ਼ ਹੁੰਦੇ ਆ ਕਿ ਮੁਸਲਮਾਨ ਨੂੰ ਕੁੱਟਿਆ ਜਾਂਦਾ, ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਵੀ ਬਹੁਤ ਗੰਦ ਪਾਇਆ ਹੋਇਆ ਇਹਨਾਂ ਨੇ, ਜਿਹੜੇ ਇਦਾਂ ਦੀ ਸੋਚ ਰੱਖਦੇ ਆ, ਜਿਹਨਾਂ ਦੇ ਅੰਦਰ ਇੱਥੇ ਪਤਾ ਨਹੀਂ, ਇੱਥੇ ਵੀ ਦਿਲ ਦੇ ਵਿੱਚ ਵੀ, ਇੱਥੇ ਜ਼ਿਹਨ ਦੇ ਵਿੱਚ ਵੀ ਪਤਾ ਨਹੀਂ ਕਿੱਥੋਂ ਜ਼ਹਿਰ ਭਰਿਆ ਹੋਇਆ ਇੰਨਾ ਜ਼ਿਆਦਾ, ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡੇ ਕੋਲ ਕੋਈ ਹੈ ਇਦਾਂ ਦੇ ਅਲਫਾਜ਼ ਵੀ ਜਿਹੜਾ ਤੁਸੀਂ ਉਹਨਾਂ ਨੂੰ ਸਮਝਾ ਸਕੋ ਕਿ ਭਾਈ ਬਾਲੇ ਖੁਸ਼ ਨਾ ਹੋਵੋ, ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ, ਔਰੰਗਜ਼ੇਬ ਵੀ ਨਹੀਂ ਰਿਹਾ ਤੇ ਰਹਿਣੇ ਆ ਵੀ ਨਹੀਂ, ਆਮ ਲੋਕਾਂ ਨੂੰ ਕੁਛ ਨਾ ਕੁਛ ਜ਼ਰੂਰ ਕਹਿ ਦਿਓ, ਸ਼ਾਇਦ ਤੁਹਾਡੇ ਕਹੇ ਹੋਏ ਲਫ਼ਜ਼ ਉਹਨਾਂ ਦੇ। ਮੈਂ ਤਾਂ ਇਹਨਾਂ ਲਈ ਕੋਈ ਉਹ ਕਹੂੰਗਾ ਕਿ ਤੁਸੀਂ ਜਰਮਨੀ ਦੀ ਹਿਸਟਰੀ ਪੜ੍ਹ ਲਿਓ ਔਰ ਤੁਸੀਂ ਆਪਣੇ ਅੱਜ ਦੇ ਹਾਲਾਤਾਂ ਨੂੰ ਉਹਦੇ ਨਾਲ ਕੰਪੇਅਰ ਕਰ ਲਿਓ ਜੀ। ਬਸ ਇਸ ਤੋਂ ਮੈਂ ਉਹ ਨਹੀਂ ਕਹੂੰਗਾ ਕਿ ਉੱਥੇ ਔਰ ਤੁਹਾਨੂੰ ਅਗਰ ਸਿਮਿਲੈਰਿਟੀ ਨਾ ਨਜ਼ਰ ਆਈ ਔਰ ਉਸ ਤੋਂ ਬਾਅਦ ਜੋ ਹਾਲਾਤ ਉੱਥੇ ਦੇ ਹੋਏ ਨੇ ਉਹ ਅਗਰ ਨਾ ਬਣਦੇ ਜਾ ਰਹੇ ਇੱਥੇ ਦੇ, ਤਾਂ ਤੁਸੀਂ ਉਹ ਦੇਖੋ ਵੀ ਕੀ ਤੁਹਾਡੀ ਉਹਦੇ ਵਿੱਚ ਸਮਾਨਤਾ ਔਰ ਕੀ ਤੁਹਾਨੂੰ ਨੁਕਸਾਨ ਉਹਦੇ ਵਿੱਚ ਹੋ ਸਕਦੇ ਨੇ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹਦੀ ਅਪੀਲ ਕਰਦਾ। ਦੂਸਰਾ, ਜਿਹੜੇ ਮੈਂ ਤਾਂ ਇਹ ਵੀ ਹੈਰਾਨ ਆ ਕਿ ਸਿਰਫ ਕਿ ਜਿਹੜੇ ਘੱਟ ਗਿਣਤੀਆਂ ਨੇ ਜਾਂ ਉਹਨਾਂ ਨੇ ਇਹ ਨੁਕਸਾਨ ਕੀ ਕਰਤਾ ਇਹਨਾਂ ਦਾ। ਆਮ ਅਗਰ ਦੇਖਿਆ ਜਾਵੇ ਤਾਂ ਇਹਨਾਂ ਦੇ ਮਾਮਲਾਤ ਅਗਰ ਕੋਈ ਆਪਸ ਦੇ ਵਿੱਚ ਮੁਸਲਿਮਸ ਨਾਲ, ਸਿੱਖਾਂ ਨਾਲ ਜਾਂ ਹੋਰ ਘੱਟ ਗਿਣਤੀਆਂ ਨਾਲ ਕਿਸੇ ਨਾਲ ਵੀ ਕੋਈ ਇਹਨਾਂ ਦੀ ਜ਼ਾਤੀ ਕੋਈ ਉਹ ਨਹੀਂ ਹੈ, ਮਗਰ ਇਹਨਾਂ ਦੀ ਦਿਮਾਗ ਦੇ ਵਿੱਚ ਐਸਾ ਕੁਝ ਭਰ ਦਿੱਤਾ ਗਿਆ ਕਿ ਇੰਨੀ ਨਫ਼ਰਤ ਭਰ ਦਿੱਤੀ ਗਈ ਹੈ ਕਿ ਇਹਨਾਂ ਦੇ ਦਿਲਾਂ 'ਚ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਕਿ ਆਪਣਾ ਨੁਕਸਾਨ ਕਰਨ ਤੱਕ ਤਾਂ ਤਿਆਰ ਨੇ
ਹੁਣ ਜਿਹੜਾ ਜੇ ਕਾਮਨ ਸਿਵਲ ਕੋਡ ਹੈ ਤਾਂ HUF ਹੈ ਕਿ ਹਿੰਦੂ ਅਨਡਿਵਾਈਡਡ ਫੈਮਿਲੀ, ਇਹ ਟੈਕਸ ਦੇ ਵਿੱਚ ਇਹਨਾਂ ਨੂੰ ਛੂਟ ਮਿਲਦੀ ਹੈ, ਪੈਸੇ ਦੇ ਵਿੱਚ ਇਹਨਾਂ ਦੀ ਸਮਝ ਲਓ ਉਹ ਹੈ ਕਿ ਇਹਨਾਂ ਨੂੰ ਕਾਫੀ ਜ਼ਿਆਦਾ ਰਿਬੇਟ ਮਿਲਦਾ ਉਹਦੇ ਵਿੱਚ, ਤਾਂ ਉਹ ਵੀ ਖਤਮ ਹੋਏਗਾ। ਮਗਰ ਫਿਰ ਵੀ ਇਹ ਲਿਖ ਕੇ ਭੇਜ ਰਹੇ ਨੇ ਕੁਝ ਬੰਦੇ ਕਿ ਹਾਂਜੀ ਸਾਨੂੰ ਇਹਦੀ ਜ਼ਰੂਰਤ ਹੈ, ਵੀ ਆਪਣਾ ਫਾਈਨੈਂਸ਼ੀਅਲ ਲਾਸ ਕਰਕੇ ਵੀ ਅਗਰ ਸਿਰਫ ਇਹਨੂੰ ਅਗਰ ਦੁੱਖ ਪਹੁੰਚਾ ਕੇ ਤੁਹਾਨੂੰ ਅਗਰ ਖੁਸ਼ੀ ਮਿਲੇ, ਹਾਂਜੀ ਕੱਖ ਨਹੀਂ ਮੇਰਾ ਚਾਹੇ ਕੁੱਲੀ ਕੱਖ ਨਾ, ਵੀ ਉਹ ਦੂਸਰਾ ਨਹੀਂ ਖੁਸ਼ ਹੋਣਾ ਚਾਹੀਦਾ ਬੰਦਾ। ਜੇ ਇੱਥੇ ਹੀ ਤੁਹਾਡੀ ਸੋਚ ਆ ਗਈ ਤਾਂ ਤੁਹਾਨੂੰ ਆਪਣਾ ਦਿਮਾਗੀ ਇਲਾਜ ਕਰਾਉਣ ਦੀ ਜ਼ਰੂਰਤ ਹੈ। ਇਹ ਛੋਟੀ ਜਿਹੀ ਜ਼ਿੰਦਗੀ ਹੈ, ਇਹਦੇ ਵਿੱਚ ਅਗਰ ਆਪਣੇ ਬੱਚਿਆਂ ਦੇ ਦਿਮਾਗ ਦੇ ਵਿੱਚ ਅਸੀਂ ਇਹ ਭਰ ਦਾਂਗੇ, ਦੂਸਰੀ ਕਮਿਊਨਿਟੀ ਦੇ ਖਿਲਾਫ ਇੰਨਾ ਜ਼ਹਿਰ ਭਰ ਦਾਂਗੇ, ਤਾਂ ਜਿਨ੍ਹਾਂ ਨੇ ਇਹ ਜ਼ਹਿਰ ਭਰਿਆ ਉਹ ਤਾਂ ਸੱਤਾ ਮਾਣਨਗੇ। ਬੱਚੇ ਕਿਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣਗੇ ਜਾਂ ਕਿਹਨਾਂ ਦੇ ਬੱਚੇ ਇਹਨਾਂ ਫਸਾਦਾਂ ਦੇ ਵਿੱਚ ਮਰਨਗੇ, ਤਾਂ ਉਹ ਸਾਡੇ ਆਪਣੇ ਬੱਚੇ ਨੇ। ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹਨੂੰ ਐਜੂਕੇਸ਼ਨ ਵੱਲ ਨੂੰ ਲੈ ਕੇ ਜਾਈਏ। ਔਰ ਜਿਹੜੇ ਮੁਲਕ ਚਲਾ ਰਹੇ ਨੇ ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਦਾ ਕਿ ਆਪਸੀ ਭਾਈਚਾਰਾ ਜਦ ਤੱਕ ਨਹੀਂ ਕਾਇਮ ਹੋਊਗਾ ਉਦੋਂ ਤੱਕ ਮੁਲਕ ਤਰੱਕੀ ਨਹੀਂ ਕਰਦਾ ਹੁੰਦਾ। ਵੀ ਜਦੋਂ ਤੱਕ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਉਲਝਾਈ ਰੱਖੋਗੇ ਤਾਂ ਤਰੱਕੀ ਬਾਰੇ ਕਦੋਂ ਸੋਚੋ, ਕਦੋਂ ਇੰਪਲੋਇਮੈਂਟ ਵਾਸਤੇ, ਕਦੋਂ ਇਨਫਰਾਸਟ੍ਰਕਚਰ ਤੁਸੀਂ ਲੈ ਕੇ ਆਓ, ਕਦੋਂ ਤੁਸੀਂ ਇਹਨੂੰ ਦੇਸ਼ ਨੂੰ ਸਹੀ ਉਹਦੇ ਤੇ ਪਟੜੀ ਦੇ ਉੱਪਰ ਲਿਆ ਕੇ। ਅਸੀਂ ਗੱਲਾਂ ਤਾਂ ਬਹੁਤ ਬੜੀਆਂ ਕੀਤੀਆਂ ਨੇ, ਮਗਰ ਉਹਨੂੰ ਉਸ ਪਾਸੇ ਨੂੰ ਲੈ ਕੇ ਜਾਣ ਦੀ ਬਜਾਏ ਜਦੋਂ ਇਲੈਕਸ਼ਨ ਆਉਂਦਾ ਫਿਰ ਅਗਰ ਤੁਹਾਨੂੰ ਵਿਕਾਸ ਦੀ ਜਗ੍ਹਾ ਵੀ ਸਾਨੇ ਆਹ ਕੀਤਾ ਅਸੀਂ ਦਿਖਾਉਣ ਦੀ ਜਗ੍ਹਾ ਕਿ ਅਸੀਂ ਤੁਹਾਡੀ ਇੰਨੀ ਤਰੱਕੀ ਕਰਤੀ, ਉਹਦੇ ਤੇ ਵੋਟ ਮੰਗਣ ਦੀ ਬਜਾਏ ਅਗਰ ਤੁਹਾਨੂੰ ਫੇਰ ਲਿਆ ਕੇ ਯੂਨੀਫਾਰਮ ਸਿਵਲ ਕੋਡ ਵਰਗੇ ਜਾਂ ਧਾਰਮਿਕ ਮਸਲਿਆਂ ਦੇ ਉੱਪਰ ਆ ਕੇ ਵੋਟ ਮੰਗਣੀ ਪੈ ਰਹੀ ਹੈ, ਤਾਂ ਕਮੀ ਤੁਹਾਡੇ ਦੇ ਵਿੱਚ ਬਹੁਤ ਜ਼ਿਆਦਾ ਹੈ। ਇਹਨੂੰ ਸੁਧਾਰਨ ਦੀ ਲੋੜ ਹੈ, ਲੋਕਾਂ ਨੂੰ ਸਮਝਣ ਦੀ ਵੀ ਜ਼ਰੂਰਤ ਹੈ ਕਿ ਕਿਸ ਤਰੀਕੇ ਦੀ ਸਾਨੂੰ 76 ਵਰ੍ਹਿਆਂ ਬਾਅਦ ਮੁਲਕ ਦੀ ਆਜ਼ਾਦੀ, ਜਿਹੜੇ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ ਸੀਗਾ, ਸੋ ਖੁਸ਼ੀਆਂ ਮਾਣਦੇ ਹੈਗੇ ਆ ਕਿ ਆਮ ਲੋਕ ਵੀ ਮੈਨੂੰ ਲੱਗਦਾ ਕਿ ਮਬੀਨ ਜੀ ਨੇ ਬੜੇ ਸੌਖੇ ਤਰੀਕੇ ਨਾਲ ਸਮਝਾਤਾ ਹੈਗਾ, ਇੱਕੋ ਲਾਈਨ ਦੇ ਵਿੱਚ ਉਹਨਾਂ ਨੇ ਸਮਝਾਤਾ ਸੀਗਾ। ਬਾਕੀ ਥੋੜ੍ਹਾ ਜਿਹਾ ਖੋਲ੍ਹ ਕੇ ਵੀ ਜ਼ਰੂਰ ਸਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਕਿਸੇ ਖਾਸ ਕਮਿਊਨਿਟੀ ਦਾ ਕਤਲੇਆਮ ਹੁੰਦਾ ਹੈਗਾ, ਜਦੋਂ ਕਿਸੇ ਖਾਸ ਕਮਿਊਨਿਟੀ ਨੂੰ ਦੱਬਿਆ ਜਾਂਦਾ ਹੈਗਾ, ਕੁਚਲਿਆ ਜਾਂਦਾ ਹੈਗਾ, ਲਤਾੜਿਆ ਜਾਂਦਾ, ਉਹਨਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਦੇ ਯਤਨ ਕੀਤੇ ਜਾਂਦੇ ਨੇ, ਜਿਨ੍ਹਾਂ ਹਕੂਮਤਾਂ ਵੱਲੋਂ ਯਤਨ ਕੀਤੇ ਜਾਂਦੇ ਨੇ, ਉਹਨਾਂ ਹਕੂਮਤਾਂ ਦੇ ਵੋਟਰ, ਉਹਨਾਂ ਹਕੂਮਤਾਂ ਦੇ ਸਪੋਰਟਰ ਬੜੇ ਖੁਸ਼ ਹੁੰਦੇ ਆ। ਪਰ ਮੈਨੂੰ ਲੱਗਦਾ ਕਿ ਪਿੱਛੇ ਇਤਿਹਾਸ ਤੋਂ ਸੇਧ ਲੈਣ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਖੁਸ਼ੀਆਂ ਸਦਾ ਕਾਇਮ ਰਹਿਣ ਵਾਲੀਆਂ ਨਹੀਂ ਹੁੰਦੀਆਂ। ਸਮੇਂ ਆਉਂਦੇ ਰਹਿੰਦੇ ਆ, ਸਮੇਂ ਜਾਂਦੇ ਰਹਿੰਦੇ ਆ, ਹਾਲਾਤ ਬਦਲਦੇ ਰਹਿੰਦੇ ਹੁੰਦੇ ਆ। ਸੋ ਉਹਨਾਂ ਚੀਜ਼ਾਂ ਵਿੱਚੋਂ ਪ੍ਰਸੰਨਤਾ ਨਾ ਲੱਭੋ। ਕਿਸੇ ਨੂੰ ਦੁਖੀ ਕਰਕੇ ਕੋਈ ਵੀ ਖੁਸ਼ ਨਹੀਂ ਹੋ ਸਕਦਾ। ਇਹਦੀਆਂ ਵੀ ਸਾਡੇ ਕੋਲ ਬੜੀਆਂ ਉਦਾਹਰਣਾਂ ਨੇ। ਬਵੇਂ ਜੀ ਮੈਨੂੰ ਲੱਗਦਾ ਕਿ ਸਕੂਲੇ ਛੋਟੇ ਹੁੰਦੇ ਵੀ ਆਪਾਂ ਪੜ੍ਹਦੇ ਰਹੇ ਹਾਂ, ਸਕੂਲਾਂ ਦੀਆਂ ਕਿਤਾਬਾਂ 'ਚ ਸਾਨੂੰ ਪੜ੍ਹਾਉਂਦੇ ਰਹੇ ਆ। ਪਰ ਜਿੱਦਾਂ ਆਪਾਂ ਜਵਾਨ ਹੁੰਦੇ ਆ, ਸਾਡੇ ਆਸੇ ਪਾਸੇ ਜਿੱਦਾਂ ਦਾ ਮੀਡੀਆ ਹੈਗਾ, ਉਹ ਜਿੱਦਾਂ ਦਾ ਸਾਡੇ ਦਿਮਾਗਾਂ ਵਿੱਚ ਜ਼ਹਿਰ ਭਰਦਾ ਹੈਗਾ। ਸਾਰੀਆਂ ਕਿਤਾਬਾਂ ਸਾਡੀਆਂ ਮਿੱਟੀ ਹੋ ਗਈਆਂ, ਸਾਡੇ ਸਾਰੇ ਧਾਰਮਿਕ ਗ੍ਰੰਥ ਪੜ੍ਹੇ ਹੋਏ, ਸਾਡਾ ਗੁਰਬਾਣੀ ਪਾਠ ਕੀਤਾ ਹੋਇਆ, ਸਾਰਾ ਕੁਝ ਸਾਡਾ ਪਤਾ ਨਹੀਂ ਕਿੱਥੇ ਰਹਿ ਜਾਂਦਾ ਹੈਗਾ। ਜੋ ਰੋਜ਼ ਸੁਣਦੇ ਆ बस वही साढ़े जहन में पिया होया, फलाने का उसको मलिया मेट कर दो, उनको कुचल के रख दो, उनको ये कर दो, उनको वो कर दो, अमृतपाल सिंह को जेल भेज दो, इसको खत्म कर दो, इसको तड़ी पार कर दो, इसको पाकिस्तान भेज दो। कमाल की गल हैगी आ। सो साढ़े जहन में सारा कुछ भरिया होया। ਆਪਾਂ ਨੂੰ ਜ਼ਰੂਰ ਚਾਹੀਦਾ ਹੈਗਾ ਮਵੀਨ ਜੀ ਕਿ ਆਪਾਂ ਆਪਣਾ ਦਿਮਾਗ ਵੀ ਦਿੱਤਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਸ ਅੱਲਾ ਨੇ, ਉਸ ਦਿਮਾਗ ਦਾ ਵੀ ਆਪਾਂ ਉਹਦੀ ਵਰਤੋਂ ਕਰੀਏ। ਉਸ ਰਾਮ ਨੇ, ਜਿਹੜੇ ਰਾਮ ਜੀ ਕਹਿੰਦੇ ਹੈਗੇ ਆ, ਉਹ ਵੀ ਜ਼ਰੂਰ ਇਸ ਗੱਲ ਨੂੰ ਸੋਚਣ ਕਿ ਜਦੋਂ ਤੁਸੀਂ ਕਿਸੇ ਨੂੰ ਧੱਕੇ ਨਾਲ ਕਹਿੰਦੇ ਹੋ ਬੋਲ ਜੈ ਸ਼੍ਰੀ ਰਾਮ, ਚਪੇੜਾ ਮਾਰਦੇ ਹੋ, ਕੁੱਟਦੇ ਹੋ, ਕਤਲ ਤੱਕ ਵੀ ਕਰ ਦਿੰਦੇ ਹੋ, ਫਿਰ ਖੁਦ ਵੀਡੀਓ ਬਣਾ ਕੇ ਵਾਇਰਲ ਕਰਦੇ ਹੋ, ਤਾਂ ਕਿਤੇ ਇਕੱਲੇ ਬੈਠ ਕੇ ਉਸ ਰਾਮ ਜੀ ਦਾ ਗੁਣ ਗਾਇਨ ਕਰਿਓ। ਜਦੋਂ ਰਾਮ ਜੀ ਪ੍ਰਗਟ ਹੋਣ ਤਾਂ ਮਹਿਸੂਸ ਕਰਿਓ ਕਿ ਰਾਮ ਜੀ ਪ੍ਰਗਟ ਹੋ ਗਏ। ਸ਼ੀਸ਼ੇ ਵਿੱਚ ਖੜੇ ਹੋ ਕੇ ਉਹਨਾਂ ਨੂੰ ਸਵਾਲ ਕਰਿਓ ਕਿ ਰਾਮ ਜੀ ਅੱਜ ਮੈਂ ਗਿਆ ਸੀਗਾ ਬਾਜ਼ਾਰ ਦੇ ਵਿੱਚ, ਅੱਜ ਮੈਂ ਇੱਕ ਨਿਹੱਥੇ ਨੌਜਵਾਨ ਦੇ ਨਾਲ, ਇੱਕ ਨਿਹੱਥੇ ਬਜ਼ੁਰਗ ਦੇ ਨਾਲ, ਜਿਹੜਾ ਉਹ ਕੁਛ ਨਹੀਂ ਕਰ ਸਕਦਾ ਸੀਗਾ, ਉਹ ਬਜ਼ੁਰਗ ਸੀਗਾ, ਉਹ ਮੈਂ ਉਹਦੇ ਨਾਲ ਕੁੱਟ ਮਾਰ ਕਰਕੇ ਉਹਦੇ ਕੋਲੋਂ ਧੱਕੇ ਨਾਲ ਤੁਹਾਡਾ ਨਾਮ ਬੁਲਵਾਇਆ। ਫਿਰ ਪੁੱਛ ਕੇ ਵੇਖੋ ਰਾਮਚੰਦਰ ਜੀ ਤੁਸੀਂ ਮੇਰੇ ਤੋਂ ਖੁਸ਼ ਹੁੰਦੇ ਹੋ ਜਾਂ ਨਹੀਂ। ਸਵਾਲ ਕਰਕੇ ਦੇਖ ਲਿਓ, ਇੱਥੋਂ ਅੰਦਰੋਂ ਤੁਹਾਨੂੰ ਜਵਾਬ ਜ਼ਰੂਰ ਮਿਲ ਜਾਊਗਾ। ਜੇ ਤੁਹਾਨੂੰ ਤੁਹਾਡੇ ਅੰਦਰੋਂ ਜਵਾਬ ਨਾ ਮਿਲਿਆ, ਸਮਝ ਲਓ ਅੰਦਰ ਕੁਛ ਨਹੀਂ ਹੈਗਾ, ਫਿਰ ਖਤਮ ਹੋ ਚੁੱਕੇ ਆ, ਫਿਰ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ। ਪਰ ਜੇ ਤੁਹਾਡੇ ਅੰਦਰੋਂ ਕੋਈ ਜਵਾਬ ਆਇਆ ਔਰ ਤੁਹਾਡੀ ਅੱਖ ਨੀਵੀਂ ਹੋਈ, ਤਾਂ ਸਮਝ ਲਓ ਕਿ ਤੁਸੀਂ ਬਦਲ ਸਕਦੇ ਹੋ। ਆਪਣੇ ਆਪ ਨੂੰ ਆਪਾਂ ਜ਼ਰੂਰ ਬਦਲੀਏ। ਸੋ ਯੂਨੀਫਾਰਮ ਸਿਵਲ ਕੋਡ ਜਿਹੜਾ ਹੈਗਾ, ਆਪਾਂ ਉਹਦੇ ਬਾਰੇ ਗੱਲਬਾਤ ਕੀਤੀ ਹੈ। ਮਮੀ ਜੀ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਸਾਰੇ ਲੋਕ ਜ਼ਰੂਰ ਇਸ ਗੱਲ ਨੂੰ ਸਮਝ ਗਏ ਹੋਣਗੇ। ਜਾਂਦੇ ਦੋ ਕਲਾਨਾਂ ਵਿੱਚ ਜੇ ਕੋਈ ਹੋਰ ਗੱਲ ਤੁਹਾਡੇ ਜ਼ਿਹਨ ਵਿੱਚ ਹੋਵੇ ਜਿਹੜੀ ਮੈਂ ਨਾ ਪੁੱਛੀ ਹੋਵੇ ਜਾਂ ਤੁਸੀਂ ਕਰਨੀ ਚਾਹੁੰਦੇ ਹੋਵੋ, ਜਾਂਦੇ ਦੋ ਕਲਾਨਾਂ 'ਚ। ਸਿੰਪਲੀ ਸਾਡੀ ਤਾਂ ਸਿਰਫ ਇੰਨੀ ਕੀ ਹੋਗਾ ਕਿ ਸਾਰੇ ਧਰਮਾਂ, ਕੋਈ ਵੀ ਧਰਮ ਇੱਕ ਦੂਸਰੇ ਨਾਲ ਲੜਨਾ ਨਹੀਂ ਸਿਖਾਉਂਦਾ। ਕਿਸੇ ਨੂੰ ਧਾਰਮਿਕ ਤੌਰ ਦੇ ਉੱਪਰ ਪ੍ਰਤਾੜਿਤ ਕਰਕੇ ਅਗਰ ਕੋਈ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਉਹਨੂੰ ਦੁਬਾਰਾ ਆਪਣੇ ਧਰਮ ਦਾ ਮੁਤਾਲਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਉਹਦੇ ਧਰਮ ਦੇ ਵਿੱਚ ਵੀ ਇਹ ਨਹੀਂ ਲਿਖਿਆ ਹੋਇਆ ਕਿ ਦੂਸਰੇ ਨੂੰ ਸਤਾ ਕੇ ਤੁਹਾਨੂੰ ਖੁਸ਼ੀ ਮਿਲੂਗੀ। ਅਹਿੰਸਾ ਪਰਮੋ ਧਰਮਾ, ਇਹਨਾਂ ਦਾ ਧਰਮ ਦੇ ਵਿੱਚ ਵੀ ਇਹ ਕਿ ਸਭ ਤੋਂ ਜਿਹੜਾ ਪਹਿਲਾ
ਧਰਮ ਹੈ ਉਹ ਅਹਿੰਸਾ ਹੈ, ਪੀਸ ਹੈ, ਸ਼ਾਂਤੀ ਹੈ। ਆਮ ਲੋਕ ਇੱਕ ਦੂਸਰੇ ਨਾਲ ਮੁਹੱਬਤ ਕਰਦੇ ਨੇ, ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਦੇ ਵਿੱਚ ਅਸੀਂ ਇੱਕ ਦੂਸਰੇ ਤਿਉਹਾਰ ਸਾਂਝੇ ਨੇ, ਇਕੱਠੇ ਰਹਿੰਦੇ ਆ। ਮਗਰ ਸਿਆਸਤ ਕਰਨ ਵਾਸਤੇ ਸਾਨੂੰ ਨਾ ਵੰਡਿਆ ਜਾਵੇ, ਸਿਆਸਤ ਕਰਨ ਵਾਸਤੇ ਸਾਡੀ ਧਾਰਮਿਕ ਆਜ਼ਾਦੀਆਂ ਦੇ ਉੱਪਰ ਹਮਲੇ ਨਾ ਕੀਤੇ ਜਾਣ। ਸਾਨੂੰ ਸਾਡੀ ਹੋਂਦ ਬਰਕਰਾਰ ਰੱਖਣ ਵਾਸਤੇ ਜੋ ਜੋ ਸਾਨੂੰ ਅਖਤਿਆਰ ਸੰਵਿਧਾਨ ਦੇ ਵਿੱਚ ਮਿਲੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਹਮਲਾ ਨਾ, ਉਹਨਾਂ ਦੇ ਵਿੱਚ ਇੰਟਰਫੇਰੈਂਸ ਨਾ ਕੀਤੀ ਜਾਵੇ, ਹਮਲਾ ਨਾ ਕੀਤਾ ਜਾਵੇ। ਸਿੱਖਾਂ ਨੂੰ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਜੀਣ ਦਿੱਤਾ ਜਾਵੇ, ਮੁਸਲਮਾਨਾਂ ਨੂੰ ਉਹਨਾਂ ਦੇ ਧਰਮ ਦੇ ਹਿਸਾਬ ਨਾਲ, ਬੋਧੀਆਂ ਨੂੰ, ਪਾਰਸੀਆਂ ਨੂੰ, ਜੈਨੀਆਂ ਨੂੰ ਉਹਨਾਂ ਨੂੰ ਆਪਣੇ, ਆਦੀਵਾਸੀਆਂ ਨੂੰ ਉਹਨਾਂ ਨੂੰ ਆਪਣੇ ਹਿਸਾਬ ਨਾਲ। ਸਾਰੇ ਧਰਮਾਂ ਦੇ ਅਲੱਗ-ਅਲੱਗ ਕਸਟਮਸ ਨੇ, ਅਲੱਗ-ਅਲੱਗ ਉਹਨਾਂ ਦੇ ਰੀਤੀ ਰਿਵਾਜ ਨੇ, ਉਹਨਾਂ ਦੇ ਮੁਤਾਬਕ ਹੀ ਉਹਨਾਂ ਨੂੰ ਰਿਚੁਅਲ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸੰਵਿਧਾਨ ਵੀ ਸਾਨੂੰ ਇਜਾਜ਼ਤ ਦਿੰਦਾ, ਇਹਦੇ ਵਿੱਚ ਕੋਈ ਇੰਟਰਫੇਰੈਂਸ ਜਾਂ ਇਹਦੇ ਤੇ ਹਮਲਾ ਨਾ ਕੀਤਾ ਜਾਵੇ। ਮੇਰੀ ਇਹੀ ਸਿਰਫ ਗੁਜ਼ਾਰਿਸ਼ ਹੈ, ਔਰ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹਦੀ ਇਸ ਚੀਜ਼ ਦੇ ਵਿਰੋਧ ਕਰਨਾ ਚਾਹੀਦਾ ਕਿ ਕਿਸੇ ਵੀ ਧਰਮ ਦੇ ਵਿੱਚ ਉਹਦੀ ਧਾਰਮਿਕ ਆਜ਼ਾਦੀ ਦੇ ਉੱਪਰ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਨਹੀਂ ਕੀਤਾ ਜਾਊਗਾ, ਜ਼ਰੂਰ। ਮਿਮੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਉਮੀਦ ਕਰਦਾ ਕਿ ਜਿੰਨੇ ਵੀ ਸਾਡੇ ਦਰਸ਼ਕ ਗੱਲਬਾਤ ਨੂੰ ਸੁਣ ਰਹੇ ਨੇ ਸਾਰਿਆਂ ਨੇ ਜ਼ਰੂਰ ਲਾਹਾ ਲਿਆ ਹੋਊਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਰੁਝੇਵੇਂ 'ਚ ਸਮਾਂ ਕੱਢਿਆ ਜੀ। ਸਤਿ ਸ੍ਰੀ ਅਕਾਲ ਥੈਂਕ ਯੂ ਜੀ। ਜੀ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕਮੈਂਟ ਬਾਕਸ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਸਾਡੀ ਗੱਲਬਾਤ ਕਿਹੋ ਜਿਹੀ ਲੱਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।